ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਇਹਨੂੰ ਆਰਾਧਿਆ ਨਹੀਂ ਪੜਨਾ, ਐੜੇ ਦੇ ਨਾਲ ਕੰਨਾਂ ਲਾ ਕੇ ਬੋਲਣਾ ਹੈ, ਆਰਾਧਿਆ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰਾ ਦਾ ਮਤਲਬ ਮੁਕੰਮਲ, ਯਾਨੀ ਸਦਾ ਰਹਿਣ ਵਾਲਾ, ਸੱਚਾ। ਆਰਾਧਿਆ ਦਾ ਮਤਲਬ ਸਿਮਰਿਆ, ਯਾਦ ਕੀਤਾ, ਯਾਨੀ ਆਪਣੇ ਚਿੱਤ ਦੇ ਅੰਦਰ ਵਸਾਇਆ। ਨਾਉ ਦਾ ਮਤਲਬ ਹੈ ਨਿਆਂ, ਯਾਨੀ ਹੁਕਮ। ਜਿਸ ਮਨੁੱਖ ਨੇ ਅਟਲ ਨਾਮ ਵਾਲੇ, ਅਟਲ ਹੁਕਮ ਵਾਲੇ ਪ੍ਰਭੂ ਨੂੰ ਯਾਦ ਵਿੱਚ ਵਸਾਇਆ। ਆਰਾਧਿਆ ਦਾ ਮਤਲਬ ਯਾਦ ਵਿੱਚ ਵਸਾਇਆ। ਰੱਬ ਦਾ ਸਿਮਰਨ ਕਰਨ ਦਾ ਮਤਲਬ ਰੱਬ ਦੇ ਗੁਣਾਂ ਨੂੰ ਆਪਣੇ ਮਨ ਬੁੱਧ ਦੇ ਅੰਦਰ ਵਸਾਣਾ ਔਰ ਉਹਨਾਂ ਗੁਣਾਂ ਨੂੰ ਅਮਲੀ ਰੂਪ ਦੇਣਾ। ਤਾਂ ਜਿਸਨੇ ਵੀ ਪੂਰੇ ਪ੍ਰਭੂ ਦੀ ਆਰਾਧਨਾ ਕੀਤੀ, ਆਪਣੇ ਚੇਤੇ ਵਿੱਚ ਵਸਾਇਆ, ਜਿਸ ਪ੍ਰਭੂ ਦਾ ਨਾਮ ਵੀ ਪੂਰਾ ਹੈ, ਨਾਮ ਦਾ ਮਤਲਬ ਹੁਕਮ, ਜਿਹਦੇ ਹੁਕਮ ਦੇ ਅੰਦਰ ਕੋਈ ਉਕਾਈ ਨਹੀਂ ਹੈ, ਜਿਹਦਾ ਨਿਆਂ ਪੂਰਾ ਹੈ, ਹਰ ਇੱਕ ਦੇ ਨਾਲ ਪੂਰਾ ਸੱਚਾ ਨਿਆਂ ਹੁੰਦਾ ਹੈ। ਜੈਸਾ ਵੀ ਕੋਈ ਕਰਮ ਕਰਦਾ ਹੈ ਵੈਸਾ ਹੀ ਫਲ ਉਸ ਨੂੰ ਮਿਲਦਾ ਹੈ ਰੱਬੀ ਹੁਕਮ ਦੇ ਅੰਦਰ। ਤਾਂ ਜਿਸਨੇ ਪੂਰੇ ਪ੍ਰਭੂ ਨੂੰ ਆਪਣੇ ਚੇਤੇ ਵਿੱਚ ਵਸਾਇਆ, ਜਿਸ ਪ੍ਰਭੂ ਦਾ ਹੁਕਮ ਮੁਕੰਮਲ ਹੈ, ਜਿਸ ਦੇ ਹੁਕਮ ਦੇ ਅੰਦਰ ਕੋਈ ਅਧੂਰਾਪਨ ਨਹੀਂ, ਨਾਨਕ, ਇੱਥੇ ਥੋੜਾ ਵਿਸ਼ਰਾਮ ਲਗਾਵਾਂਗੇ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਤਾਂ ਉਸ ਨੂੰ ਪੂਰਨ ਪ੍ਰਭੂ ਮਿਲ ਪਿਆ, ਯਾਨੀ ਉਹਨੇ ਪੂਰੇ ਪ੍ਰਭੂ ਨੂੰ ਪਾ ਲਿਆ। ਤਾਂ ਤੇ ਹੈ ਨਾਨਕ ਤੂੰ ਵੀ ਉਸ ਪੂਰਨ ਪ੍ਰਭੂ ਦੇ ਗੁਣ ਗਾ। ਹੁਣ ਇਹ ਚੀਜ਼ ਨੂੰ ਅਸਾਂ ਥੋੜਾ ਜਿਹਾ ਸਮਝਣਾ ਕਿ ਜਿਸ ਨੇ ਪੂਰੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਇਆ, ਜਿਸ ਰੱਬ ਦਾ ਹੁਕਮ ਮੁਕੰਮਲ ਪੂਰਾ ਹੈ, ਜਿਨਨੇ ਉਹਦੇ ਹੁਕਮ ਨੂੰ, ਉਹਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲਿਆ, ਨਾਨਕ ਪੂਰਾ ਪਾਇਆ, ਉਹਨੇ ਪੂਰੇ ਰੱਬ ਨੂੰ ਪਾ ਲਿਆ। ਹੁਣ ਰੱਬ ਨੂੰ ਪਾਣਾ ਕੀ ਹੈ? ਰੱਬ ਨੂੰ ਪਾਣ ਦਾ ਮਤਲਬ ਰੱਬੀ ਗੁਣਾਂ ਨੂੰ ਪਾ ਲੈਣਾ, ਰੱਬੀ ਹੁਕਮ ਦੀ ਸੂਝ-ਬੂਝ ਪ੍ਰਾਪਤ ਕਰਕੇ ਉਸ ਹੁਕਮ ਮੁਤਾਬਕ ਜ਼ਿੰਦਗੀ ਜੀਣੀ ਹੀ ਰੱਬ ਨੂੰ ਪਾਣਾ ਹੈ। ਜਿਹਨੇ ਰੱਬੀ ਗੁਣਾਂ ਨੂੰ ਪਾ ਲਿਆ, ਉਹਨੇ ਰੱਬ ਨੂੰ ਪਾ ਲਿਆ। ਹੁਣ ਦੇਖੋ ਕਿੰਨਾ ਸੌਖਾ ਕੰਮ ਹੈ ਰੱਬ ਨੂੰ ਪਾਣਾ। ਹੁਣ ਸਾਡੇ ਵਾਸਤੇ ਰੱਬ ਦੀ ਪ੍ਰਾਪਤੀ ਵਾਸਤੇ ਕੁਝ ਭਰਮ ਭੁਲੇਖੇ ਨੇ। ਸਾਨੂੰ ਸਮਝਾਇਆ ਜਾਂਦਾ ਹੈ ਕਿ ਤੁਸੀਂ ਇੱਕ ਜਗ੍ਹਾ ਤੇ ਬੈਠ ਕੇ ਸਮਾਧੀ ਲਾਓਗੇ ਜਾਂ ਕੁਝ ਮੰਤਰ ਜੰਤਰ ਪੜੋਗੇ, ਸਮਾਧੀਆਂ ਲਾਓਗੇ, ਤੇ ਫਿਰ ਕੀ ਹੋਏਗਾ? ਤੁਹਾਡੇ ਅੱਗੇ ਰੱਬ ਪ੍ਰਗਟ ਹੋਏਗਾ। ਕੋਈ ਕਹਿੰਦਾ ਸਾਨੂੰ ਚਾਨਣਾ ਦਿਸਿਆ, ਸਾਡੇ ਬਾਬਾ ਜੀ ਬੈਠੇ ਸਨ ਤੇ ਉਹ ਬੈਠੇ ਬੈਠੇ ਅੱਖਾਂ ਬੰਦ ਨੇ, ਲਾਈਟ ਵੀ ਚਲੀ ਗਈ, ਫਿਰ ਵੀ ਸਾਰਾ ਕਮਰਾ ਚਾਨਣੇ ਦੇ ਨਾਲ ਭਰਿਆ ਸੀ। ਕੋਈ ਐਵੇਂ ਕਹਿੰਦਾ, ਕੋਈ ਕਹਿੰਦਾ ਤੁਹਾਨੂੰ ਅੰਦਰ ਇੱਕ ਜੋਤ ਦਿਸਦੀ ਹੈ, ਕੋਈ ਕਹਿੰਦਾ ਤੁਹਾਡੇ ਅੰਦਰ ਬੰਸਰੀਆਂ ਵੱਜਣਗੀਆਂ, ਢੋਲਕੀਆਂ, ਛੈਣੇ ਵੱਜਣਗੇ। ਇਹ ਗੁਰੂ ਨਾਨਕ ਦੇਵ ਦੀ ਵਿਚਾਰ ਨਹੀਂ ਹੈ, ਇਹ ਕਿਸੇ ਹੋਰ ਦੀ ਵਿਚਾਰ ਹੈ। ਉਹਨਾਂ ਨੂੰ ਇਹ ਵਿਚਾਰ ਮੁਬਾਰਕ ਹੈ। ਹੁਣ ਜੇ ਅਸੀਂ ਇਹ ਚੀਜ਼ ਨੂੰ ਮੰਨੀਏ ਕਿ ਰੱਬ ਇਸ ਤਰ੍ਹਾਂ ਸਾਡੇ ਅੱਗੇ ਪ੍ਰਗਟ ਹੋਏਗਾ, ਤਾਂ ਜਦੋਂ ਉਹ ਕੇਵਲ ਸਾਡੇ ਅੱਗੇ ਪ੍ਰਗਟ ਹੋਏਗਾ ਨਾ ਕਿਸੇ ਰੂਪ ਦੇ ਅੰਦਰ, ਤੇ ਫਿਰ ਉਹ ਦੂਜਿਆਂ ਕੋਲ ਨਹੀਂ ਰਹੇਗਾ, ਉਹ ਸਰਬ ਵਿਆਪੀ ਨਹੀਂ ਰਹੇਗਾ। ਹੁਣ ਗੁਰਦੇਵ ਪਾਤਸ਼ਾਹ ਜੀ ਤਾਂ ਸਾਨੂੰ ਦੱਸ ਰਹੇ ਨੇ ਕਿ ਸਾਰਾ ਸੰਸਾਰ ਹੈ ਹੀ ਰੱਬ ਦਾ ਰੂਪ ਹੈ। ਕੱਲ ਅਸੀਂ ਵਿਚਾਰਿਆ ਨਾ ਕਿ ਹੈ ਹੀ ਉਹਦੇ ਤੋਂ ਬਿਨਾਂ, ਤਿਸ ਤੇ ਦੂਰ ਕਹਾਂ ਕੋ ਜਾਏ, ਉਹ ਤੋਂ ਦੂਰ ਕਿਵੇਂ ਜਾਓਗੇ? ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਤਾਂ ਰੱਬ ਨੂੰ ਪਾਣ ਦਾ ਮਤਲਬ ਰੱਬੀ ਗੁਣਾਂ ਨੂੰ ਪਾਣਾ ਹੈ। ਜਿਨੇ ਰੱਬੀ ਗੁਣਾਂ ਨੂੰ ਆਪਣੇ ਚੇਤੇ ਵਿੱਚ ਵਸਾਇਆ, ਰੱਬੀ ਹੁਕਮ ਨੂੰ ਸਮਝਿਆ, ਉਹਨਾਂ ਨੇ ਰੱਬ ਨੂੰ ਪਾ ਲਿਆ। ਇਸ ਲਈ ਗੁਰੂ ਜੀ ਕਹਿੰਦੇ ਨੇ ਪੂਰੇ ਕੇ ਗੁਣ ਗਾਓ, ਕਿ ਭਾਈ ਤੁਸੀਂ ਵੀ ਪੂਰੇ ਪ੍ਰਭੂ ਦੇ ਗੁਣ ਗਾਓ। ਗੁਣ ਗਾਓ ਦਾ ਮਤਲਬ ਉਹਦੀ ਸਿਫਤ ਸਲਾਹ ਕਰੋ, ਉਹਦੇ ਗੁਣਾਂ ਦੀ ਗੱਲ ਕਰੋ, ਗੁਣਾਂ ਵਾਲੀ ਸੋਚ ਬਣਾਓ, ਗੁਣਾਂ ਵਾਲਾ ਵਿਹਾਰ ਕਰੋ, ਤੇ ਤੁਸੀਂ ਵੀ ਰੱਬ ਨੂੰ ਪਾ ਲੋਗੇ, ਤੁਸੀਂ ਵੀ ਰੱਬ ਦਾ ਰੂਪ ਹੋ ਜਾਓਗੇ। ਹੁਣ ਇਹ ਦੱਸਣ ਤੋਂ ਬਾਅਦ ਅਸ਼ਟਪਦੀ ਦੇ ਅੰਦਰ ਇਸ ਦਾ ਵਿਸਥਾਰ ਕਰ ਰਹੇ ਨੇ ਕਿ ਇਹੋ ਜੀ ਜਿਹੜੀ ਜ਼ਿੰਦਗੀ ਹੈ ਜਾਂ ਇਹੋ ਜੀ ਸੋਚ ਹੈ ਉਹ ਸਾਨੂੰ ਮਿਲੇਗੀ ਕਿਵੇਂ? ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਗੁਣਾਂ ਨੂੰ ਸਮਝਣਾ, ਜਿਹੜੀਆਂ ਸਾਡੀਆਂ ਪੁਰਾਤਨ ਜਾਂ ਅਗਿਆਨਤਾ ਵਾਲੀਆਂ ਮਨੌਤਾਂ ਨੇ ਉਹਨਾਂ ਚੋਂ ਬਾਹਰ ਆਉਣਾ। ਉਹਦੇ ਵਾਸਤੇ ਹੁਣ ਕੀ ਕਰਨਾ ਪਵੇਗਾ? ਗੁਰੂ ਜੀ ਕਹਿੰਦੇ ਨੇ ਪੂਰੇ ਗੁਰ ਕਾ
ਸੁਣ ਉਪਦੇਸ਼, ਕਿ ਜੇ ਤੂੰ ਵੀ ਚਾਹੁੰਦਾ ਹੈ ਕਿ ਤੇਰੀ ਜ਼ਿੰਦਗੀ ਦੇ ਅੰਦਰ ਰੱਬੀ ਗੁਣ ਆ ਜਾਣ, ਤੇਰੇ ਜੀਵਨ ਦੇ ਅੰਦਰ ਸੋਚ ਦੇ ਅੰਦਰ ਰੱਬ ਦੇ ਗੁਣ ਵਸ ਜਾਣ, ਔਰ ਤੂੰ ਰੱਬੀ ਗੁਣਾਂ ਦਾ ਧਾਰਨੀ ਹੋ ਜਾਏ, ਤੇਰੀ ਸੋਚ ਇੰਨੀ ਉੱਚੀ ਮਹਾਨ ਹੋ ਜਾਏ, ਤਾਂ ਉਹਦੇ ਵਾਸਤੇ ਕੀ ਕਰਨਾ ਹੈ? ਪੂਰੇ ਗੁਰ ਕਾ ਸੁਣ ਉਪਦੇਸ਼, ਕਿ ਪੂਰੇ ਗੁਰੂ ਦੀ ਸਿੱਖਿਆ ਸੁਣ, ਪੂਰੇ ਗੁਰੂ ਦੀ ਸਿੱਖਿਆ ਸੁਣਨੀ। ਰੱਬ ਪ੍ਰਤੀ ਜੋ ਹੋਰ ਵਿਚਾਰਧਾਰਾ ਨੇ, ਜਾਂ ਮਤਲਬ ਹੋਰ ਧਰਮ ਗ੍ਰੰਥਾਂ ਦਾ, ਦੂਜਿਆਂ ਦਾ ਕੋਈ ਗਿਆਨ ਹੈ, ਉਹਨੂੰ ਛੱਡਣਾ ਹੈ। ਪੂਰੇ ਗੁਰੂ ਦਾ ਉਪਦੇਸ਼, ਪੂਰੇ ਗੁਰੂ ਦਾ ਗਿਆਨ, ਜੋ ਸੱਚਾ ਗਿਆਨ ਹੈ ਨਾ, ਉਸ ਗਿਆਨ ਨੂੰ ਸੁਣਨਾ, ਜੋ ਯੂਨੀਵਰਸਲ ਟਰੁੱਥ ਦੇ ਉੱਤੇ ਪੂਰਾ ਉਤਰਦਾ ਹੈ, ਜੋ ਆਦ ਜੁਗਾਦੀ ਹੈ, ਜੋ ਸਰਬਦੇਸ਼ੀ ਹੈ, ਸਰਬ ਸਾਂਝਾ ਹੈ, ਸਰਬਕਾਲੀ ਹੈ। ਸਰਬਕਾਲੀ ਦਾ ਮਤਲਬ ਉਹ ਗਿਆਨ ਜੋ ਹਰ ਸਮੇਂ ਲਾਗੂ ਹੁੰਦਾ ਹੈ। ਜਿਵੇਂ ਕੁਝ ਸਿਧਾਂਤ ਨੇ ਨਾ, ਅੱਗ ਹੈ ਤਾਂ ਅੱਗ ਸਾੜਦੀ ਹੈ ਨਾ, ਤਾਂ ਸਾਰਿਆਂ ਨੂੰ ਹੀ ਸਾੜਦੀ ਹੈ, ਪੜ੍ਹਿਆਂ ਨੂੰ ਵੀ, ਅਨਪੜ੍ਹਿਆਂ ਨੂੰ ਵੀ, ਗਰੀਬਾਂ ਨੂੰ ਵੀ, ਅਮੀਰਾਂ ਨੂੰ ਵੀ, ਸਾਰਿਆਂ ਨੂੰ ਸਾੜਦੀ ਹੈ। ਔਰ ਅੱਗ ਹਰ ਥਾਂ ਤੇ ਹੀ ਸਾੜਦੀ ਹੈ। ਇਹ ਨਹੀਂ ਕਿ ਇੰਡੀਆ ਵਿੱਚ ਨਹੀਂ ਸਾੜਦੀ ਤੇ ਅਮਰੀਕਾ ਵਿੱਚ ਸਾੜਦੀ, ਹਰ ਥਾਂ ਹੀ ਸਾੜਦੀ ਹੈ। ਤੇ ਤੀਜੀ ਗੱਲ ਹੈ ਵੀ ਹਰ ਸਮੇਂ ਸਾੜਦੀ। ਇਹ ਨਹੀਂ ਵੀ ਅੱਗ ਦੇ ਸਾੜਨ ਦਾ ਕੋਈ ਟਾਈਮ ਹੈ ਵੀ ਸਵੇਰੇ 9 ਤੋਂ ਲੈ ਕੇ 12 ਵਜੇ ਤੱਕ ਸਾੜਦੀ, ਉਸ ਤੋਂ ਬਾਅਦ ਨਹੀਂ ਸਾੜਦੀ, ਜਾਂ ਪਿਛਲੇ ਸਮੇਂ ਵਿੱਚ ਨਹੀਂ ਸੀ ਸਾੜਦੀ, ਹੁਣ ਸਾੜਨ ਲੱਗ ਪਈ ਹੈ। ਐਵੇਂ ਨਹੀਂ, ਹਰ ਟਾਈਮ ਨਾ ਉਹ ਸਿਧਾਂਤ ਇੱਕੋ ਹੀ ਹੈ, ਅੱਗ ਦਾ ਸੁਭਾਅ ਹੈ। ਇਸੇ ਤਰ੍ਹਾਂ ਗੁਰੂ ਦੇ ਜੋ ਸਿਧਾਂਤ ਨੇ, ਜੋ ਯੂਨੀਵਰਸਲ ਟਰੁੱਥ ਹੈ, ਉਹ ਪਹਿਲਾਂ ਵੀ ਸੱਚ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੈ। ਤਾਂ ਪੂਰੇ ਗੁਰੂ ਦਾ ਉਪਦੇਸ਼ ਸੁਣ। ਪਾਰ ਬ੍ਰਹਮ ਨਿਕਟ ਕਰ ਪੇਖ, ਪੇਖ ਦਾ ਮਤਲਬ ਵੇਖ, ਤੇ ਰੱਬ ਨੂੰ ਨਜ਼ਦੀਕ ਜਾਣ, ਰੱਬ ਨੂੰ ਨੇੜੇ ਵੇਖ, ਨੇੜੇ ਸਮਝ। ਹੁਣ ਅਸੀਂ ਕਹਿੰਦੇ ਤੇ ਹੈ ਨਾ, ਦੇਖੋ ਕਿ ਸਭ ਮੈਂ ਜੋਤ ਜੋਤ ਐ ਸੋਏ, ਪਰ ਅਸੀਂ ਉਹਨੂੰ ਵੇਖਦੇ ਨਹੀਂ। ਹੁਣ ਵੇਖਣ ਦਾ ਮਤਲਬ ਇਹ ਨਾ ਕਿ ਜੇ ਮੈਂ ਤੁਹਾਡੇ ਵਿੱਚ ਰੱਬ ਨੂੰ ਵੇਖਾਂ ਤਾਂ ਫਿਰ ਮੇਰਾ ਸੁਭਾਅ, ਮੇਰਾ ਵਿਹਾਰ ਬਦਲੇਗਾ ਨਾ। ਜੇ ਮੈਂ ਇਹ ਵੇਖਾਂ ਕਿ ਰੱਬ ਮੇਰੇ ਨੇੜੇ ਹੈ, ਹਰ ਪਲ ਮੇਰੇ ਨਜ਼ਦੀਕ ਹੈ, ਜੇ ਮੈਂ ਸੋਚ ਬਣਾ ਲਵਾਂ, ਤਾਂ ਫਿਰ ਮੈਂ ਕੋਈ ਐਸਾ ਬੋਲ ਨਹੀਂ ਬੋਲਾਂਗਾ ਜਿਹੜਾ ਬੋਲ ਰੱਬ ਨੂੰ ਮਨਜ਼ੂਰ ਨਾ ਹੋਵੇ। ਕੋਈ ਐਸਾ ਕਰਮ ਨਹੀਂ ਕਰਾਂਗਾ ਜੋ ਰੱਬ ਨੂੰ ਮਨਜ਼ੂਰ ਨਾ ਹੋਵੇ। ਰੱਬ ਦੀ ਹਜ਼ੂਰੀ ਦੇ ਅੰਦਰ ਮੈਂ ਹਰ ਕਰਮ ਕਰਾਂਗਾ। ਤਾਂ ਗੁਰੂ ਜੀ ਕਹਿੰਦੇ ਨੇ, ਉਸ ਰੱਬ ਨੂੰ ਦੂਰ ਨਾ ਸਮਝ, ਉਹਨੂੰ ਆਪਣੇ ਨਜ਼ਦੀਕ ਵੇਖ, ਚਾਰ ਚੁਫੇਰੇ ਉਹਨੂੰ ਵੇਖ, ਉਹਨੂੰ ਅਨੁਭਵ ਕਰ, ਉਹਨੂੰ ਮਹਿਸੂਸ ਕਰ। ਸਾਸ ਸਾਸ ਸਿਮਰੋ ਗੋਬਿੰਦ, ਹਰ ਸਵਾਸ ਦੇ ਨਾਲ ਪ੍ਰਭੂ ਨੂੰ ਯਾਦ ਰੱਖ। ਸਿਮਰੋ ਦਾ ਮਤਲਬ ਇਹ ਨਹੀਂ ਕਿ ਰੱਬ ਰੱਬ ਕਰੀ ਜਾ। ਸਿਮਰੋ ਦਾ ਮਤਲਬ ਹੁੰਦਾ ਹੈ ਯਾਦ ਰੱਖਣਾ। ਸਿਮਰਨ ਦਾ ਮਤਲਬ ਯਾਦ ਰੱਖਣਾ। ਜਦੋਂ ਅਸੀਂ ਕਿਸੇ ਆਪਣੇ ਧੀ ਪੁੱਤਰ ਦੀ ਗੱਲਬਾਤ ਕਰਦੇ ਹਾਂ ਨਾ, ਕਿ ਮੇਰਾ ਬੇਟਾ ਇੰਨਾ ਪੜ੍ਹਿਆ ਹੈ ਜਾਂ ਚੰਗਾ ਹੈ ਜਾਂ ਮਾੜਾ, ਜੋ ਵੀ, ਤਾਂ ਇਹਦਾ ਮਤਲਬ ਅਸੀਂ ਆਪਣੇ ਬੇਟੇ ਦਾ ਸਿਮਰਨ ਕਰ ਰਹੇ ਹਾਂ। ਸਿਮਰਨ ਦਾ ਮਤਲਬ ਯਾਦ। ਜਦੋਂ ਅਸੀਂ ਆਪਣੀ ਪ੍ਰਾਪਰਟੀ ਬਾਰੇ ਸੋਚ ਰਹੇ ਹਾਂ ਜਾਂ ਕਿਸੇ ਨੂੰ ਦੱਸ ਰਹੇ ਹਾਂ, ਤਾਂ ਇਹਦਾ ਮਤਲਬ ਅਸੀਂ ਆਪਣੀ ਪ੍ਰਾਪਰਟੀ ਦਾ ਸਿਮਰਨ ਕਰ ਰਹੇ ਹਾਂ, ਉਹਨੂੰ ਅਸੀਂ ਯਾਦ ਕਰ ਰਹੇ ਹਾਂ। ਜਦੋਂ ਅਸੀਂ ਨਿੰਦਾ ਚੁਗਲੀ ਕਰ ਰਹੇ ਹਾਂ, ਤਾਂ ਇਹਦਾ ਮਤਲਬ ਅਸੀਂ ਨਿੰਦਿਆ ਚੁਗਲੀ ਦਾ ਸਿਮਰਨ ਕਰ ਰਹੇ ਹਾਂ, ਉਹਨੂੰ ਯਾਦ ਕਰ ਰਹੇ ਹਾਂ ਨਾ, ਔਗੁਣਾਂ ਨੂੰ। ਰੱਬ ਦੇ ਸਿਮਰਨ ਦਾ ਮਤਲਬ ਹੈ ਰੱਬ ਦੇ ਗੁਣਾਂ ਨੂੰ ਯਾਦ ਰੱਖਣਾ, ਰੱਬੀ ਗੁਣਾਂ ਨੂੰ ਯਾਦ ਰੱਖਣਾ, ਰੱਬ ਦੀ ਸਿਫਤ ਸਲਾਹ ਕਰਨੀ। ਤਾਂ ਗੁਰੂ ਜੀ ਕਹਿੰਦੇ ਨੇ, ਹਰ ਸਵਾਸ ਦੇ ਨਾਲ ਰੱਬੀ ਗੁਣਾਂ ਨੂੰ ਯਾਦ ਰੱਖ, ਤੈਨੂੰ ਗੁਣ ਭੁੱਲਣੇ ਨਹੀਂ ਚਾਹੀਦੇ ਇੱਕ ਪਲ ਵਾਸਤੇ ਵੀ। ਦੇਖੋ ਕਿੰਨਾ ਜੀਵਨ ਦੇ ਅੰਦਰ ਬਦਲਾਵ ਆ ਜਾਏਗਾ ਜੇ ਹੁਣ ਮੈਨੂੰ ਹਮੇਸ਼ਾ ਸੱਚ ਯਾਦ ਰਹੇ ਕਿ ਮੈਂ ਸੱਚ ਬੋਲਣਾ ਹੈ, ਤਾਂ ਫਿਰ ਝੂਠ ਆਟੋਮੈਟਿਕਲੀ ਮੇਰੀ ਜ਼ਿੰਦਗੀ 'ਚ ਨਹੀਂ ਆਏਗਾ ਨਾ। ਜਦੋਂ ਮੈਂ ਸੱਚ ਨੂੰ ਹਮੇਸ਼ਾ ਯਾਦ ਰੱਖਾਂਗਾ, ਇਹੀ ਰੱਬ ਦਾ ਸਿਮਰਨ ਹੈ। ਰੱਬ ਪ੍ਰੇਮ ਸਰੂਪ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੇ ਜਦੋਂ ਮੈਂ ਰੱਬ ਦੇ ਸੁਭਾਅ ਨੂੰ ਯਾਦ ਰੱਖਾਂਗਾ ਤੇ ਮੈਂ ਪ੍ਰੇਮ ਨਾਲ ਜ਼ਿੰਦਗੀ ਜੀਵਾਂਗਾ ਨਾ। ਜਦੋਂ ਮੇਰੀ ਯਾਦ ਵਿੱਚ ਹਮੇਸ਼ਾ ਰਹੇਗਾ ਕਿ ਰੱਬ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਵੈਰ ਤੋਂ ਰਹਿਤ ਹੈ, ਤੇ ਇਸ ਵੈਰ ਤੋਂ ਰਹਿਤ ਨਿਰਵੈਰਤਾ ਵਾਲੇ ਗੁਣ ਨੂੰ ਯਾਦ ਰੱਖਣਾ ਹੀ ਰੱਬ ਦਾ ਸਿਮਰਨ ਹੈ। ਜਦੋਂ ਮੈਂ ਇਸ ਨਿਰਵੈਰਤਾ ਨੂੰ ਯਾਦ ਰੱਖਾਂਗਾ ਤਾਂ ਮੇਰੀ ਜ਼ਿੰਦਗੀ ਚੋਂ ਈਰਖਾ ਦੁਆਸ਼ ਖਤਮ ਹੋ ਜਾਏਗੀ। ਤੇ ਜੇ ਦੁਨੀਆ ਦਾ ਹਰ ਬੰਦਾ ਐਵੇਂ ਕਰੇ ਤਾਂ ਇਹ ਸੰਸਾਰ ਕਿੰਨਾ ਸੁਹਾਵਣਾ ਹੋ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਹਰ ਸਵਾਸ ਦੇ ਨਾਲ ਰੱਬੀ ਗੁਣਾਂ ਨੂੰ ਯਾਦ ਰੱਖ।
ਫਿਰ ਕੀ ਹੋਏਗਾ, ਇਹਦਾ ਰਿਜ਼ਲਟ ਕੀ ਨਿਕਲੇਗਾ? ਜੇ ਅਸੀਂ ਰੱਬੀ ਗੁਣਾਂ ਨੂੰ ਯਾਦ ਰੱਖਾਂਗੇ ਤਾਂ ਮਨ ਅੰਤਰ ਕੀ ਉਤਰੇ ਚਿੰਦ। ਚਿੰਦ ਦਾ ਮਤਲਬ ਚਿੰਤਾ। ਤੇਰੇ ਮਨ ਦੇ ਅੰਦਰ ਦੀ ਜਿਹੜੀ ਚਿੰਤਾ ਹੈ ਉਹ ਮਿਟ ਜਾਏਗੀ। ਜਦੋਂ ਹਰ ਸਵਾਸ, ਹਰ ਪਲ ਰੱਬੀ ਗੁਣਾਂ ਨੂੰ ਯਾਦ ਰੱਖੇਗਾ ਤਾਂ ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏਗੀ। ਹੁਣ ਚਿੰਤਾ ਕਿਵੇਂ ਪੈਦਾ ਹੁੰਦੀ ਹੈ? ਨੈਗੇਟਿਵਿਟੀ ਕਰਕੇ। ਅਸੀਂ ਇਹ ਪਹਿਲਾਂ ਕਈ ਵਾਰ ਵਿਚਾਰ ਚੁੱਕੇ ਹਾਂ। ਨੈਗੇਟਿਵ, ਨਕਾਰਾਤਮਕ ਜੋ ਸੋਚ ਹੈ ਉਹਦੇ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਚਿੰਤਾ ਪੈਦਾ ਹੁੰਦੀ ਹੈ। ਅਸਲ ਦੇ ਅੰਦਰ ਬੰਦਾ ਚਿੰਤਾ ਕਰਨੀ ਸਿੱਖਦਾ ਹੈ। ਡਾਕਟਰ ਸਰੂਪ ਸਿੰਘ ਮਰਵਾਹਾ ਦੀ ਪੁਸਤਕ ਆਪ ਵਿੱਚੋਂ ਬਹੁਤਿਆਂ ਨੇ ਪੜ੍ਹੀ ਹੋਏਗੀ। ਤਾਂ ਉਹ ਲਿਖਦੇ ਨੇ ਕਿ ਬੰਦਾ ਚਿੰਤਾ ਕਰਨੀ ਸਿੱਖਦਾ ਹੈ, ਪ੍ਰੈਕਟਿਸ ਕਰਦਾ ਹੈ। ਜਿਵੇਂ ਮੰਨ ਲਓ ਅੱਜ ਕੋਈ ਛੋਟੀ ਮੋਟੀ ਘਟਨਾ ਘਟ ਗਈ ਤੇ ਮੈਂ ਉਹਦੇ ਬਾਰੇ ਸੋਚੀ ਜਾ ਰਿਹਾ, ਤਾਂ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਚਿੰਤਾ ਦੀ। ਚਿੰਤਾ ਨੂੰ ਮੈਂ ਸਿੱਖ ਰਿਹਾ ਹਾਂ। ਹੌਲੇ ਹੌਲੇ ਉਹ ਆਦਤ ਬਣ ਜਾਂਦੀ ਹੈ, ਨਿਊਰਨਲ ਪੈਟਰਨ ਬਣ ਜਾਂਦੇ ਨੇ ਔਰ ਸੁਭਾਅ ਹੋ ਜਾਂਦਾ। ਫਿਰ ਨਿੱਕੀ ਜੀ ਗੱਲ ਤੋਂ ਹੀ ਆਟੋਮੈਟਿਕਲੀ ਚਿੰਤਾ ਪੈਦਾ ਹੋ ਜਾਂਦੀ ਹੈ। ਤੇ ਜੇ ਮੈਂ ਅਭਿਆਸ ਹੀ ਸ਼ੁਭ ਗੁਣਾਂ ਦਾ ਕਰਾਂ, ਜੇ ਮੇਰੀ ਥਿੰਕਿੰਗ ਹੋਵੇ ਹੀ ਪੋਜ਼ਿਟਿਵ, ਜੇ ਹਰ ਥਾਂ ਦੇ ਉੱਤੇ ਮੈਂ ਗੁਣ ਵੇਖਣ ਦਾ ਯਤਨ ਕਰਾਂ, ਗੁਣਾਂ ਬਾਰੇ ਸੋਚਾਂ, ਗੁਣਾਂ ਬਾਰੇ ਬੋਲਾਂ, ਗੁਣਾਂ ਵਾਲਾ ਵਿਹਾਰ ਕਰਾਂ, ਤਾਂ ਮੇਰੇ ਅੰਦਰ ਨੈਗੇਟਿਵਿਟੀ ਆਏਗੀ ਨਹੀਂ। ਨੈਗੇਟਿਵਿਟੀ ਨਹੀਂ ਆਏਗੀ, ਚਿੰਤਾ ਦਾ ਰੋਗ ਪੈਦਾ ਨਹੀਂ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਤੇਰੇ ਮਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਜਦੋਂ ਤੂੰ ਰੱਬੀ ਗੁਣਾਂ ਨੂੰ ਯਾਦ ਰੱਖੇਂਗਾ, ਰੱਬੀ ਹੁਕਮ ਨੂੰ ਸਮਝੇਗਾ, ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਵੇਂਗਾ, ਤਾਂ ਮਨ ਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਆਸ ਅਨਿਤ ਤਿਆਗੋ ਤਰੰਗ। ਤਰੰਗ ਦਾ ਮਤਲਬ ਲਹਿਰਾਂ ਤੇ ਅਨਿਤ ਦਾ ਮਤਲਬ ਹੈ ਨਿਤ ਨਾ ਰਹਿਣ ਵਾਲੀਆਂ। ਨਿਤ ਦਾ ਮਤਲਬ ਹੁੰਦਾ ਹੈ ਨਿਤ, ਰੋਜ਼, ਤੇ ਅਨਿਤ ਦਾ ਮਤਲਬ ਜੋ ਚੀਜ਼ ਨਿਤ ਰਹਿਣ ਵਾਲੀ ਨਹੀਂ, ਨਾਸ਼ਵੰਤ। ਤਾਂ ਗੁਰੂ ਜੀ ਕਹਿੰਦੇ ਨੇ ਜੋ ਨਾਸ਼ਵੰਤ ਪਦਾਰਥਾਂ ਦੀਆਂ ਲਹਿਰਾਂ ਨੇ ਇਹਨਾਂ ਨੂੰ ਛੱਡ ਦੇ। ਆਸ ਅਨਿਤ ਜਿਹੜੀਆਂ ਨਾਸ਼ਵਾਨ ਵਸਤੂਆਂ ਨੇ ਉਹਨਾਂ ਦੀ ਆਸ ਛੱਡ ਦੇ। ਇਹ ਲਹਿਰਾਂ ਆਪਣੇ ਅੰਦਰ ਪੈਦਾ ਨਾ ਹੋਣ ਦੇ। ਲਹਿਰਾਂ ਵਿਚਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ ਨਾ, ਈਰਖਾ ਦਵੇਸ਼ ਦੀਆਂ ਵੀ ਲਹਿਰਾਂ ਉੱਠਦੀਆਂ ਨੇ ਅੰਦਰ, ਕਾਮ ਕ੍ਰੋਧ ਦੀਆਂ ਲਹਿਰਾਂ ਉੱਠ ਰਹੀਆਂ ਨੇ। ਤੇ ਇਹ ਸਾਰੀਆਂ ਜਿਹੜੀਆਂ ਲਹਿਰਾਂ ਨੇ ਵਿਕਾਰਾਂ ਦੀਆਂ, ਇਹ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੀਆਂ ਨੇ। ਇਹ ਸਾਡੇ ਸੁੱਖਾਂ ਨੂੰ ਖਤਮ ਕਰਨ ਦਾ ਕਾਰਨ ਬਣਦੀਆਂ ਨੇ। ਇਹਨਾਂ ਲਹਿਰਾਂ ਕਰਕੇ ਸਾਡੀਆਂ ਖੁਸ਼ੀਆਂ ਰੁੜ ਜਾਂਦੀਆਂ ਨੇ, ਜਲ ਜਾਂਦੀਆਂ ਨੇ, ਸੜ ਜਾਂਦੀਆਂ ਨੇ, ਅੰਦਰ ਸਾਡਾ ਮੁਰਝਾ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਨਾਸ਼ਵੰਤ ਪਦਾਰਥਾਂ ਦੇ ਮੋਹ ਦੀਆਂ ਜੋ ਲਹਿਰਾਂ ਨੇ ਉਹਨਾਂ ਨੂੰ ਤਿਆਗ ਦੇ। ਜੋ ਸदैवी ਸੱਚ ਹੈ ਉਹਦੇ ਨਾਲ ਜੁੜ। ਸੰਤ ਜਨਾਂ ਕੀ ਧੂੜ ਮਨ ਮੰਗ। ਹੇ ਮਨ, ਗੁਰੂ ਦੇ ਚਰਨਾਂ ਦੀ ਧੂੜ ਮੰਗ। ਆਪਾਂ ਪਹਿਲਾਂ ਪੜਿਆ ਨਾ, ਪੂਰੇ ਗੁਰ ਕਾ ਸੁਨੁ ਉਪਦੇਸ਼, ਸਾਥ ਸਾਥ ਸਿਮਰੋ ਗੋਬਿੰਦ, ਜਾਂ ਪੂਰੇ ਗੁਰ ਕਾ ਸੁਨੁ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਤੇ ਇੱਥੇ ਹੁਣ ਜਿਹਨੂੰ ਪੂਰੇ ਗੁਰੂ ਪਹਿਲੋਂ ਕਿਹਾ ਨਾ, ਇੱਥੇ ਹੁਣ ਸੰਤ ਜਨਾਂ ਕੀ ਧੂੜ ਕਹਿ ਰਹੇ ਨੇ। ਸੰਤ ਦਾ ਅਰਥ ਗੁਰੂ। ਤੇ ਜਨਾਂ ਜੋ ਸ਼ਬਦ ਹੈ ਇਹ ਬਹੁਵਚਨੀ ਹੈ, ਲੇਕਿਨ ਗੁਰੂ ਇਕਵਚਨੀ ਹੈ। ਤਾਂ ਕਈ ਵਾਰ ਇਕਵਚਨੀ ਸ਼ਬਦ ਦੀ ਜਗ੍ਹਾ ਬਹੁਵਚਨੀ ਸ਼ਬਦ ਸਤਿਕਾਰ ਵਜੋਂ ਬੋਲਿਆ ਜਾਂਦਾ ਹੈ। ਮਿਸਾਲ ਵਜੋਂ ਮੈਂ ਤੁਹਾਨੂੰ ਕਹਿੰਦਾ, ਵੀਰ ਤੂੰ ਮੇਰੇ ਲਈ ਪਾਣੀ ਲਿਆ, ਤੂੰ ਮੇਰੇ ਲਈ ਪਾਣੀ ਲਿਆ। ਹੁਣ ਸ਼ਬਦ ਤਾਂ ਬਿਲਕੁਲ ਠੀਕ ਹੈ, ਤੂੰ ਸ਼ਬਦ ਸਿੰਗੂਲਰ ਹੈ, ਪਰ ਅਸੀਂ ਸੋਚਦੇ ਹਾਂ ਕਿ ਤੂੰ ਬੋਲਣ ਦੇ ਨਾਲ ਆਦਰ ਨਹੀਂ ਹੋ ਰਿਹਾ। ਸਤਿਕਾਰ ਵਾਸਤੇ ਅਸੀਂ ਬੋਲਦੇ ਹਾਂ ਤੁਸੀਂ ਮੈਨੂੰ ਪਾਣੀ ਦਿਓ। ਹੁਣ ਦਿਓ ਵੀ ਬਹੁਵਚਨੀ ਹੈ ਔਰ ਤੁਸੀਂ ਵੀ ਬਹੁਵਚਨੀ ਹੈ, ਲੇਕਿਨ ਉਹ ਸਿੰਗੂਲਰ ਵਾਸਤੇ ਕਿਹਾ ਜਾ ਰਿਹਾ ਹੈ ਸਤਿਕਾਰ ਵਜੋਂ। ਤਾਂ ਇੱਥੇ ਸੰਤ ਜਨਾਂ ਕੀ ਧੂੜ ਮਨ ਮੰਗ ਦਾ ਮਤਲਬ ਗੁਰੂ ਦੇ ਚਰਨਾਂ ਦੀ ਧੂੜ ਹੈ ਮੇਰੇ ਮਨ ਮੰਗ। ਗੁਰੂ ਦੇ ਚਰਨਾਂ ਦੀ ਧੂੜ। ਗੁਰੂ ਦੇ ਚਰਨ ਕੀ ਨੇ? ਗੁਰੂ ਦਾ ਉਪਦੇਸ਼, ਯਾਨੀ ਗੁਰੂ ਦੇ ਗਿਆਨ ਦੀ ਮੰਗ ਕਰ, ਗੁਰੂ ਦੇ ਰਾਹਾਂ ਤੇ ਚੱਲ। ਜੋ ਵੇ ਆਫ ਲਾਈਫ ਗੁਰੂ ਜੀ ਦਿੰਦੇ ਨੇ, ਉਸ ਵੇ ਆਫ ਲਾਈਫ ਨੂੰ ਅਪਣਾ, ਉਸ ਰਾਸਤੇ ਦੀ ਮੰਗ ਕਰ ਕਿ ਮੈਂ ਉਸ ਰਾਸਤੇ ਤੇ ਤੁਰਨਾ ਹੈ ਜੋ ਗੁਰੂ ਦਾ ਰਾਸਤਾ ਹੈ। ਆਪ ਛੋੜ
ਬੇਨਤੀ ਕਰੋ, ਆਪਣਾ ਆਪਾ ਛੱਡ ਕੇ ਅਰਦਾਸ ਕਰ। ਆਪਣਾ ਆਪਾ ਛੱਡ ਕੇ, ਈਗੋ ਛੱਡ ਕੇ, ਹੰਕਾਰ ਛੱਡ ਕੇ। ਹੁਣ ਪ੍ਰੋਬਲਮ ਸਾਡੀ ਈਗੋ ਦੀ ਹੈ। ਈਗੋ ਦਾ ਮਤਲਬ ਜੇ ਸੌਖੇ ਢੰਗ ਨਾਲ ਸਮਝਣਾ ਹੋਵੇ ਤਾਂ ਮਨ ਦੀ ਮੱਤ। ਵੈਸੇ ਤੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਦਾਸ, ਅਸੀਂ ਆਪਣੇ ਆਪ ਨੂੰ ਦਾਸ ਕਹਿੰਦੇ ਹਾਂ, ਲੇਕਿਨ ਹੁਣ ਇਹਦੀ ਸਾਨੂੰ ਸਮਝ ਕਿਵੇਂ ਆਵੇ ਕਿ ਮੈਂ ਹੰਕਾਰੀ ਹਾਂ ਜਾਂ ਨਹੀਂ। ਜੇ ਮੈਂ ਆਪਣੇ ਆਪ ਨੂੰ ਪਰਖਣਾ ਹੋਵੇ ਤਾਂ ਮੈਂ ਕਿਵੇਂ ਪਰਖਾਂ? ਤੁਸੀਂ ਆਪਣੇ ਆਪ ਨੂੰ ਪਰਖਣਾ ਹੋਵੇ ਤਾਂ ਕਿਵੇਂ ਪਰਖੋ? ਤਾਂ ਗੁਰੂ ਜੀ ਵਾਸਤੇ ਸਾਡੇ ਕੋਲ ਇੱਕੋ ਹੀ ਜਿਹੜਾ ਹੈ ਨਾ ਪਰਖਣ ਦਾ ਫਾਰਮੂਲਾ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹੀਏ ਔਰ ਆਪਣੇ ਜੀਵਨ ਨੂੰ ਪਰਖੀਏ ਕਿ ਜੋ ਕੁਝ ਗੁਰੂ ਜੀ ਸਾਨੂੰ ਕਹਿੰਦੇ ਨੇ ਕਿ ਅਸੀਂ ਉਸ ਗੱਲ ਨੂੰ ਮੰਨ ਲਿਆ। ਗੁਰੂ ਜੀ ਨੂੰ, ਗੁਰੂ ਜੀ ਸਾਨੂੰ ਕਹਿੰਦੇ ਨੇ ਵੀ ਸ਼ਰਾਬ ਵਗੈਰਾ ਨਸ਼ੇ ਨਾ ਪੀਓ, ਕੀ ਅਸੀਂ ਨਸ਼ੇ ਛੱਡ ਦਿੱਤੇ ਨੇ? ਜੇ ਤਾਂ ਗੁਰੂ ਦੇ ਬਚਨਾਂ ਨੂੰ ਸੁਣ ਕੇ ਛੱਡ ਦਿੱਤੇ ਨੇ ਤਾਂ ਇਟ ਮੀਨਸ ਅਸੀਂ ਹੰਕਾਰੀ ਨਹੀਂ ਆ। ਅਸੀਂ ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਮੰਨ ਲਈਏ, ਗੁਰੂ ਦੀ ਗੱਲ ਮੰਨ ਲਈ ਨਾ, ਅਸੀਂ ਹੰਕਾਰੀ ਨਹੀਂ ਆ। ਤੇ ਜੇ ਅਸੀਂ ਨਹੀਂ ਛੱਡਿਆ ਤੇ ਇਹਦਾ ਮਤਲਬ ਅਸੀਂ ਹੰਕਾਰੀ ਹਾਂ। ਇਹ ਨਾ ਆਮ ਜ਼ਿੰਦਗੀ ਦੀ ਗੱਲ ਹੈ। ਕਈ ਵਾਰ ਕੋਈ ਰਿਸ਼ਤੇਦਾਰ ਭੈਣ ਭਰਾ ਨਾਰਾਜ਼ ਹੋ ਜਾਏ ਨਾ ਤੇ ਕਹੀਦਾ ਵੀ ਚਲੋ ਵਿਆਹ ਸ਼ਾਦੀ ਚ ਉਹਨੂੰ ਮਨਾ ਲਿਆਈਏ। ਤੇ ਕਈ ਵਾਰ ਕੋਲੋਂ ਕੋਈ ਕਹਿ ਦਿੰਦਾ ਵੀ ਉਹ ਬੜਾ ਹੰਕਾਰੀ ਹੈ, ਉਹਨੇ ਕੋ ਮੰਨਣਾ, ਉਹਨੇ ਨਹੀਂ ਮੰਨਣਾ, ਜਾਣਾ ਤੁਰ ਚੱਲਣੇ, ਮੰਨਣਾ ਉਹਨੇ ਹੈ ਨਹੀਂ। ਜਿਹੜਾ ਗੱਲ ਨਾ ਮੰਨੇ ਅਸੀਂ ਉਹਨੂੰ ਹੰਕਾਰੀ ਕਹਿੰਦੇ ਆ ਨਾ, ਵੀ ਉਹ ਹੰਕਾਰੀ ਉਹ ਤੇ ਮੰਨਦਾ ਹੀ ਨਹੀਂ ਕਿਸੇ ਦੀ। ਇਹਦਾ ਮਤਲਬ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਤੇ ਅਸੀਂ ਹੰਕਾਰੀ ਹੋਏ। ਹੁਣ ਮੇਰੀ ਗੱਲ ਨੂੰ ਕੋਈ ਨਹੀਂ ਮੰਨਦਾ ਤੇ ਮੈਂ ਉਹਨੂੰ ਕਹਿਣਾ ਹੰਕਾਰੀ ਹੈ। ਕਿਸੇ ਦੀ ਗੱਲ ਮੈਂ ਨਹੀਂ ਮੰਨਦਾ ਤੇ ਉਹ ਮੈਨੂੰ ਕਹਿੰਦਾ ਹੰਕਾਰੀ ਹੈ। ਤਾਂ ਇਹਦਾ ਮਤਲਬ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਫਿਰ ਹੰਕਾਰੀ ਹੋਏ ਨਾ। ਤਾਂ ਆਪਣੇ ਆਪੇ ਨੂੰ ਪਰਖਣ ਵਾਸਤੇ ਇੱਕ ਬਹੁਤ ਚੰਗਾ ਫਾਰਮੂਲਾ ਹੈ। ਗੁਰੂ ਜੀ ਸਾਨੂੰ ਕਹਿੰਦੇ ਨੇ ਵੀ ਸੱਚ ਬੋਲੋ, ਝੂਠ ਨਾ ਬੋਲੋ। ਜੇ ਤੇ ਅਸੀਂ ਇਹ ਚੀਜ਼ਾਂ ਛੱਡ ਦਿੱਤੀਆਂ ਇਟ ਮੀਨਸ ਅਸੀਂ ਹੰਕਾਰੀ ਨਹੀਂ ਆ, ਗੁਰੂ ਦੀ ਗੱਲ ਮੰਨ ਲਈ। ਗੁਰੂ ਜੀ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਕਿ ਪਿਆਰ ਦੇ ਨਾਲ ਰਹੋ। ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਆਪ ਨੂੰ ਛੱਡੋ, ਆਪਣੇ ਮਨ ਦੀ ਮੱਤ ਛੱਡੋ, ਆਪ ਛੋੜ ਬੇਨਤੀ ਕਰੋ ਤੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਅਰਦਾਸ ਕਰੋ। ਸਾਧ ਸੰਗ ਇੱਥੇ ਰੁਕਣਾ ਹੈ, ਅਗਨ ਸਾਗਰ ਤਰੋ। ਸਾਧ ਸੰਗ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ। ਅਗਨ ਸਾਗਰ ਦਾ ਮਤਲਬ ਵਿਕਾਰਾਂ ਦਾ ਜੋ ਸਾਗਰ ਹੈ, ਸਮੁੰਦਰ ਹੈ। ਤਾਂ ਇਸ ਤਰ੍ਹਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਵਿਕਾਰਾਂ ਦੇ ਸਾਗਰ ਨੂੰ ਤਰ ਜਾਓਗੇ। ਅੱਗ ਦਾ ਜਿਹੜਾ ਸਾਗਰ ਹੈ ਨਾ, ਅੱਗ ਕਿਹੜੀ ਹੈ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਭਵੇਂ ਦੱਜੈ ਨਾਨਕਾ ਤਰੀਏ ਕਰਮੀ ਲੱਗ। ਆ ਈਰਖਾ, ਦ્વੈਸ਼, ਵੈਰ ਵਿਰੋਧ ਅੱਗ ਹੀ ਹੈ। ਜਿੰਨੇ ਵੀ ਆ ਪਾਪ ਅਪਰਾਧ ਨੇ ਇਹ ਸਾਰੀ ਅੱਗ ਹੈ। ਤੇ ਇਸ ਅੱਗ ਦੇ ਅੰਦਰ ਬੰਦੇ ਦੀ ਸ਼ਾਂਤੀ ਸੜਦੀ ਹੈ। ਇਹਦੇ ਅੰਦਰ ਬੰਦਾ ਜਲ ਰਿਹਾ ਹੈ। ਕੋਈ ਕਾਮ ਵਿੱਚ ਸੜ ਗਿਆ, ਕੋਈ ਕ੍ਰੋਧ ਵਿੱਚ ਸੜ ਗਿਆ, ਕੋਈ ਲੋਭ ਵਿੱਚ ਇਨਸਾਨੀਅਤ ਨੂੰ ਸਾੜ ਬੈਠਾ ਤੇ ਕੋਈ ਕ੍ਰੋਧ ਕਰਕੇ ਆਪਣੀਆਂ ਖੁਸ਼ੀਆਂ ਨੂੰ ਸਾੜ ਬੈਠਾ। ਇਹਨਾਂ ਵਿਕਾਰਾਂ ਤੋਂ ਪਾਰ ਲੰਘਣਾ ਹੀ ਅੱਗ ਤੋਂ ਪਾਰ ਲੰਘਣਾ ਹੈ। ਇਹੀ ਅਗਨ ਸਾਗਰ ਹੈ। ਇਸੇ ਨੂੰ ਗੁਰੂ ਜੀ ਭਵ ਸਾਗਰ ਵੀ ਕਹਿੰਦੇ ਨੇ। ਇਹੀ ਅਗਨ ਸਾਗਰ ਹੈ, ਇਹ ਮੁਕਤੀ ਹੈ। ਵਿਕਾਰਾਂ ਤੋਂ ਖਲਾਸੀ ਹੀ ਮੁਕਤੀ ਹੈ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਤੁਸੀਂ ਇਸ ਅੱਗ ਦੇ ਤ੍ਰਿਸ਼ਨਾ ਆਦਿਕ ਦੇ ਅੱਗ ਦੇ ਸਾਗਰ ਨੂੰ ਤਰ ਜਾਓਗੇ, ਪਾਰ ਉਤਰ ਜਾਓਗੇ। ਹਰ ਧਨ ਕੇ ਪਰ ਲਿਓ ਭੰਡਾਰ, ਹਰੀ ਧਨ ਦੇ ਖਜ਼ਾਨੇ ਭਰ ਲਓ। ਹੁਣ ਹਰੀ ਦਾ ਧਨ ਕੀ ਹੈ? ਰੱਬ ਦੇ ਗੁਣ, ਰੱਬੀ ਗੁਣਾਂ ਦੇ ਖਜ਼ਾਨੇ ਭਰ ਲਓ। ਹੁਣ ਅਸੀਂ ਖਜ਼ਾਨੇ ਤੇ ਭਰੇ ਹੋਏ ਨੇ। ਕਿਸੇ ਨੇ ਝੂਠ ਦਾ ਖਜ਼ਾਨਾ ਭਰਿਆ ਹੈ, ਕਿਸੇ ਨੇ ਈਰਖਾ ਦਾ, ਕਿਸੇ ਨੇ ਵੈਰ ਵਿਰੋਧ ਦਾ, ਕਪਟ ਦਾ, ਛਲ ਦਾ। ਭਰੇ ਹੀ ਨੇ ਨਾ ਖਜ਼ਾਨੇ ਜਿੰਨਾ ਜਿੰਨਾ ਕੋਈ ਕਿਸੇ ਵੀ ਢੰਗ ਦੇ ਨਾਲ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਦੇ ਖਜ਼ਾਨੇ ਭਰੋ। ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਓ। ਸੱਚ ਹੈ, ਦਇਆ ਹੈ, ਪ੍ਰੇਮ ਹੈ, ਮੁਹੱਬਤ ਹੈ, ਇਨਸਾਨੀਅਤ ਹੈ। ਇਹਨਾਂ ਗੁਣਾਂ ਦੇ ਖਜ਼ਾਨੇ ਭਰੋ। ਔਰ ਇਹ ਗੱਲ ਜਿਹੜੀ ਹੈ ਨਾ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ, ਇਹ ਸਾਰੀ ਦੁਨੀਆ ਵਾਸਤੇ ਹੈ। ਇਕੱਲੇ ਮੇਰੇ ਵਾਸਤੇ ਨਹੀਂ, ਤੁਹਾਡੇ ਵਾਸਤੇ ਵੀ, ਹਰ ਇੱਕ ਵਾਸਤੇ ਹੈ। ਤਾਂ ਗੁਰੂ ਜੀ ਕਹਿ ਰਹੇ ਨੇ ਭਾਈ ਤੁਸੀਂ ਰੱਬੀ ਗੁਣਾਂ ਦੇ ਖਜ਼ਾਨੇ ਭਰੋ। ਤੇ ਜੇ ਹਰ ਇਨਸਾਨ ਇਸ ਚੀਜ਼ ਤੇ ਅਮਲ ਕਰੇ ਤਾਂ ਵਾਸਤਵ ਦੇ ਅੰਦਰ
ਇਹ ਸੰਸਾਰ ਜਿਹੜਾ ਸੁਹਾਵਣਾ ਹੋ ਸਕਦਾ ਹੈ। ਹਰ ਤਨ ਕੇ ਪਰਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਗੁਰੂ ਜੀ ਕਹਿੰਦੇ ਨੇ ਪੂਰੇ ਗੁਰੂ ਨੂੰ ਨਮਸਕਾਰ ਕਰੋ। ਨਮਸਕਾਰ ਕਰਨ ਦਾ ਮਤਲਬ ਮੱਥਾ ਟੇਕੋ। ਮੱਥਾ ਟੇਕਣ ਦਾ ਮਤਲਬ ਆਪਣੇ ਮਨ ਦੀ ਮੱਤ ਤਿਆਗੋ, ਗੁਰੂ ਦੇ ਦੱਸੇ ਰਾਹਾਂ ਤੇ ਤੁਰੋ। ਹੁਣ ਆਮ ਬੰਦਾ ਪੁੰਨ ਕਰਦਾ ਹੈ ਨਾ ਕਿ ਅਸੀਂ ਇੰਨੇ ਪੈਸੇ ਫਲਾਂ ਥਾਂ ਤੇ ਦਾਨ ਕੀਤੇ ਜਾਂ ਲੰਗਰ ਪ੍ਰਸ਼ਾਦਾ ਜਾਂ ਕੁਝ ਵੀ ਪੁੰਨ ਲੋਕ ਕਰਦੇ ਨੇ, ਤੇ ਗੁਰੂ ਜੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਵੀ ਜੇ ਪੁੰਨ ਕਰਨਾ ਚਾਹੁੰਦੇ ਹੋ ਨਾ, ਤਾਂ ਦੁਨੀਆ ਦਾ ਸਭ ਤੋਂ ਵੱਡਾ ਇੱਕ ਪੁੰਨ ਹੈ। ਜੇ ਤੁਸੀਂ ਉਹ ਖੱਟ ਲਓ, ਜੇ ਤੁਸੀਂ ਉਹ ਕਰ ਲਓ, ਤੇ ਤੁਹਾਨੂੰ ਫਿਰ ਹੋਰ ਪੁੰਨ ਕਰਨ ਦੀ ਲੋੜ ਨਹੀਂ ਪੈਣੀ। ਸਾਰੇ ਪੁੰਨ ਅਸੀਂ ਸੋਹਿਲਾ ਸਾਹਿਬ ਵਿੱਚ ਰੋਜ਼ ਪੜ੍ਹਦੇ ਆ ਨਾ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਸਾਧੂ ਦਾ ਮਤਲਬ ਗੁਰੂ। ਗੁਰੂ ਨੂੰ ਨਮਸਕਾਰ ਕਰ, ਗੁਰੂ ਅੱਗੇ ਸਮਰਪਿਤ ਹੋ ਜਾ। ਇਹ ਵੱਡਾ ਪੁੰਨ ਹੈ, ਇਹਦੇ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਵੱਡਾ ਪੁੰਨ ਕੋਈ ਨਹੀਂ। ਕਿਉਂਕਿ ਇਹਦੇ ਵਿੱਚ ਸਾਰੇ ਹੀ ਗੁਣ ਆ ਜਾਣੇ ਨੇ, ਰੱਬ ਦੀ ਰਜ਼ਾ ਵਿੱਚ ਜੀਵਨ ਆ ਜਾਣਾ। ਫਿਰ ਇਹ ਵੱਡਾ ਪੁੰਨ ਕੀ ਹੈ? ਜੋ ਕੁਝ ਹੋਣਾ ਹੋਣਾ ਹੀ ਨੇਕੀ ਹੈ। ਨਾਲ ਕਰਦੇ ਨੇ, ਕਹਿੰਦੇ ਨੇ ਕਰ ਡੰਡੌਤ ਪੁੰਨ ਵੱਡਾ ਹੈ। ਵੱਡਾ ਪੁੰਨ ਡੰਡੇ ਦੀ ਤਰ੍ਹਾਂ ਸਿੱਧਾ ਹੋ ਜਾ, ਜਲੇਬੀ ਵਾਂਗੂ ਨਹੀਂ। ਕੱਲ ਆਪਾਂ ਜਲੇਬੀ ਦੀਆਂ ਗੱਲਾਂ ਕਰਦੇ ਰਹੇ ਨਾ, ਜਲੇਬੀ ਦਾ ਨਾਮ ਲੈਂਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ। ਹਾਸਾ ਆ ਗਿਆ ਨਾ ਸਾਨੂੰ ਸਾਰਿਆਂ ਨੂੰ ਥੋੜਾ ਥੋੜਾ। ਜਲੇਬੀ ਦਾ ਨਾਮ ਲੈਂਦੇ ਮੂੰਹ 'ਚ ਪਾਣੀ ਆ ਜਾਂਦਾ। ਜਲੇਬੀ ਸਵਾਦ ਬੜੀ ਹੈ, ਜਲੇਬੀ ਦਾ ਰੰਗ ਬੜਾ ਸੋਹਣਾ ਹੈ। ਇਹ ਆਮ ਏਸ਼ੀਅਨ ਖਾਣਾ ਹੈ, ਲੇਕਿਨ ਜਲੇਬੀ ਵਿੱਚ ਵਿੰਗ ਬੜੇ ਨੇ, ਸਿੱਧੀ ਨਹੀਂ, ਵਿੰਗ ਬੜੇ ਨੇ। ਡੰਡਾ ਹੈ ਕੌੜਾ ਪਰ ਸਿੱਧਾ ਹੈ, ਵਿੰਗੜਿਆ ਤਿੰਗੜਿਆਂ ਦਾ ਪੀਰ ਵੀ ਹੈ। ਤਾਂ ਹੁਣ ਕੱਪੜੇ ਬੜੇ ਸੋਹਣੇ ਪਾਏ ਹੋਣ, ਜਿਵੇਂ ਜਲੇਬੀ ਦਾ ਰੰਗ ਬੜਾ ਸੋਹਣਾ ਹੈ, ਬੰਦੇ ਨੇ ਕੱਪੜੇ ਬੜੇ ਸੋਹਣੇ ਪਾਏ ਨੇ, ਮੇਰੀ ਤਰ੍ਹਾਂ ਕੱਪੜੇ ਪਾਏ ਨੇ ਧਾਰਮਿਕ, ਬੋਲੀ ਬੜੀ ਮਿੱਠੀ ਹੈ, ਲੇਕਿਨ ਵਿੰਗ ਬੜੇ ਨੇ, ਹੇਰਾ ਫੇਰੀਆਂ ਬੜੀਆਂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੇ ਪੁੰਨ ਖੱਟਣਾ ਚਾਹਨਾ ਹੈ ਤਾਂ ਆਪਣੇ ਵਿੰਗ ਖਤਮ ਕਰ, ਗੁਰੂ ਦੇ ਚਰਨਾਂ ਦੇ ਅੰਦਰ ਨਤਮਸਤਕ ਹੋ ਜਾ, ਆਪਣੇ ਮਨ ਦੀ ਮੱਤ ਤਿਆਗ ਦੇ। ਇਹਦੇ ਤੋਂ ਵੱਡਾ ਪੁੰਨ ਕੋਈ ਨਹੀਂ ਹੈ। ਤਾਂ ਨਾਨਕ ਗੁਰ ਪੂਰੇ ਨਮਸਕਾਰ। ਗੁਰੂ ਜੀ ਕਹਿੰਦੇ ਨੇ ਪੂਰੇ ਗੁਰੂ ਅੱਗੇ ਨਮਸਕਾਰ ਕਰੋ, ਆਤਮ ਸਮਰਪਣ ਕਰੋ, ਆਪਣੀ ਮੱਤ ਨੂੰ ਛੱਡ ਕਰੋ, ਤਾਂ ਚਿੰਤਾਵਾਂ ਮੁੱਕ ਜਾਣਗੀਆਂ। ਪੂਰੇ ਪ੍ਰਭੂ ਨੂੰ ਪਾ ਲੋਗੇ, ਪੂਰੇ ਪ੍ਰਭੂ ਦੇ ਅੰਦਰ ਅਭੇਦ ਹੋ ਜਾਓਗੇ, ਜਿਹਦਾ ਨਾਮ ਪੂਰਾ ਹੈ, ਜਿਹੜਾ ਆਪ ਪੂਰਾ ਹੈ। ਖੇਮ ਕੁਸ਼ਲ ਸਹਿਜ ਆਨੰਦ। ਖੇਮ ਦਾ ਮਤਲਬ ਸੁਖ ਵੀ ਹੈ, ਪਰ ਖੇਮ ਦਾ ਮਤਲਬ ਮੁਕਤੀ ਵੀ ਹੈ। ਤੇ ਕੁਸ਼ਲ ਦਾ ਮਤਲਬ ਸੌਖਾ ਜੀਵਨ, ਕੁਸ਼ਲ ਦਾ ਮਤਲਬ ਸੁਖ ਸਾਂਦ, ਸਹਿਜ ਦਾ ਮਤਲਬ ਆਤਮਕ ਅਡੋਲਤਾ, ਤੇ ਆਨੰਦ ਦਾ ਮਤਲਬ ਖੁਸ਼ੀ। ਯਾਨੀ ਤੈਨੂੰ ਮੁਕਤੀ ਮਿਲ ਜਾਏਗੀ, ਤੇਰੇ ਜੀਵਨ ਵਿੱਚ ਸੁਖ ਸਾਂਦ ਹੋ ਜਾਏਗੀ, ਤੂੰ ਆਤਮਕ ਅਡੋਲਤਾ ਵਿੱਚ ਟਿਕ ਜਾਏਗਾ ਔਰ ਆਤਮਕ ਅਡੋਲਤਾ ਦਾ ਆਨੰਦ ਮਾਣ ਸਕੇਗਾ। ਦੇਖੋ, ਆਨੰਦ ਮਨੁੱਖੀ ਮਨ ਦੀ ਉਸ ਸਟੇਜ ਦਾ ਨਾਮ ਹੈ ਜਿੱਥੇ ਜਾ ਕੇ ਮਨੁੱਖ ਦੇ ਅੰਦਰੋਂ ਅਗਿਆਨਤਾ ਮੁੱਕ ਜਾਂਦੀ ਹੈ, ਜਿੱਥੇ ਜਾ ਕੇ ਮੇਰ ਤੇਰ ਦੇ ਵਿਤਕਰੇ ਮੁੱਕ ਜਾਂਦੇ ਨੇ, ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ, ਜਿੱਥੇ ਜਾ ਕੇ ਬੰਦਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਜਾਂਦਾ ਹੈ, ਖੁਸ਼ੀਆਂ ਹੀ ਖੁਸ਼ੀਆਂ ਰਹਿ ਜਾਂਦੀਆਂ ਨੇ। ਆਤਮਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ ਆ ਜਾਂਦੀ ਹੈ। ਕੁਸ਼ਲ ਦਾ ਮਤਲਬ ਸੁਖ ਸਾਂਦ ਹੋ ਜਾਂਦੀ ਹੈ। ਖੇਮ ਦਾ ਮਤਲਬ ਮੁਕਤੀ ਮਿਲ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਤੈਨੂੰ ਮਿਲ ਜਾਣਗੀਆਂ। ਕਦੋਂ ਮਿਲ ਜਾਣਗੀਆਂ? ਜਦੋਂ ਤੂੰ ਗੁਰੂ ਦੇ ਅੱਗੇ ਨਮਸਕਾਰ ਕਰੇਗਾ। ਖੇਮ ਕੁਸ਼ਲ ਸਹਿਜ ਆਨੰਦ। ਤੇ ਚੀਜ਼ਾਂ ਕਿਵੇਂ ਮਿਲਣਗੀਆਂ? ਸਾਧ ਸੰਗ ਭਜ ਪਰਮਾਨੰਦ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ, ਭਜ ਦਾ ਮਤਲਬ ਯਾਦ ਕਰ, ਪਰਮਾਨੰਦ ਦਾ ਮਤਲਬ ਪਰਮ ਆਨੰਦ, ਜੋ ਪਰਮ ਆਨੰਦ ਦਾ ਮੂਲ ਹੈ ਨਾ ਰੱਬ, ਉਹਨੂੰ ਯਾਦ ਕਰ। ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਤੇ ਰੱਬੀ ਗੁਣਾਂ ਨੂੰ ਯਾਦ ਕਰ, ਫਿਰ ਤੈਨੂੰ ਮੁਕਤੀ ਵੀ ਮਿਲ ਜਾਏਗੀ, ਫਿਰ ਤੈਨੂੰ ਸੁਖ ਵੀ ਮਿਲ ਜਾਏਗਾ, ਤੈਨੂੰ ਆਨੰਦ ਵੀ ਮਿਲ ਜਾਏਗਾ, ਤੂੰ ਆਤਮਿਕ ਅਡੋਲਤਾ ਦੇ ਅੰਦਰ ਵੀ ਟਿਕ ਜਾਏਗਾ। ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਕਿਵੇਂ? ਸਾਧ ਸੰਗ। ਜੇ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਲਵੇਂ,
ਗੁੱਡੀ ਖੁੱਲੇ ਰਹਿੰਦਾ ਦਰਵਾਜ਼ਾ, ਫਿਰ ਉਹ ਇੰਟਰਨੈਟ ਘੱਟ ਆਉਂਦਾ। ਤੇ ਸਾਧ ਸੰਗ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ, ਯਾਨੀ ਜੇ ਗੁਰੂ ਦੇ ਦੱਸੇ ਰਾਹਾਂ ਤੇ ਤੁਰੀਏ ਤਾਂ ਦੇਖੋ ਸਾਨੂੰ ਕਿੰਨੀਆਂ ਚੀਜ਼ਾਂ ਮਿਲ ਜਾਣਗੀਆਂ, ਖੇਮ ਵੀ, ਕੁਸ਼ਲ ਵੀ, ਸਹਿਜ ਵੀ, ਆਨੰਦ ਵੀ, ਚਿੰਤਾਵਾਂ ਮੁੱਕ ਜਾਣਗੀਆਂ। ਪੂਰਾ ਪ੍ਰਭੂ ਜਿਹਦਾ ਪੂਰਾ ਨਾਮਣਾ ਹੈ, ਜਿਹਦਾ ਹੁਕਮ ਸੱਚਾ ਹੈ, ਉਸ ਪ੍ਰਭੂ ਨੂੰ ਅਸੀਂ ਪਾ ਲਵਾਂਗੇ। ਤੇ ਗੱਲ ਕੀ ਹੈ? ਸਾਧ ਸੰਗ ਭਜ ਪਰਮਾਨੰਦ, ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਰੱਬੀ ਗੁਣਾਂ ਨੂੰ ਯਾਦ ਕਰ। ਨਰਕ ਨਿਵਾਰ ਉਧਾਰੋ ਜੀਓ, ਦੇਖੋ ਐਸੇ ਜ਼ਿੰਦਗੀ ਦੀ ਗੱਲ ਹੋ ਰਹੀ ਹੈ। ਨਰਕ ਨਿਵਾਰ, ਨਿਵਾਰ ਦਾ ਮਤਲਬ ਹਟਾ ਕੇ, ਦੂਰ ਕਰਕੇ। ਨਿਵਾਰ ਦੇ ਰਾਰੇ ਨਾਲ ਸਿਹਾਰੀ ਹੈ ਨਾ, ਨਿਵਾਰ ਕੇ, ਦੂਰ ਕਰਕੇ। ਉਧਾਰੋ ਜੀਓ, ਜੀਓ ਦਾ ਮਤਲਬ ਜਿੰਦ, ਆਪਣੀ ਜਿੰਦ ਨੂੰ ਬਚਾ ਲੈ। ਨਰਕਾਂ ਨੂੰ ਦੂਰ ਕਰਕੇ ਆਪਣੀ ਜਿੰਦ ਨੂੰ ਬਚਾ ਲੈ। ਹੁਣ ਨਰਕ ਕੀ ਨੇ? ਦੁੱਖ। ਜਿਹੜੇ ਦੁੱਖ ਨੇ ਉਹ ਨਰਕ ਨੇ। ਅਸੀਂ ਕਹਿੰਦੇ ਆ ਨਾ ਫਲਾਂ ਬੰਦੇ ਨੇ ਆਪਣੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਅੱਜ ਬਈ ਫਲਾਂ ਬੰਦੇ ਦਾ ਪਤਾ ਲੈਣ ਵਾਸਤੇ ਗਏ ਸਾਂ, ਵਿਚਾਰਾ ਨਰਕ ਭੋਗਦਾ ਪਿਆ। ਅਸੀਂ ਕਹਿੰਦੇ ਆ ਨਾ, ਨਰਕ ਦਾ ਮਤਲਬ ਦੁੱਖ। ਔਰ ਇਹ ਸਾਰੇ ਜਿਹੜੇ ਦੁੱਖ ਨੇ, ਕਲੇਸ਼ ਨੇ, ਉਹ ਸਾਡੇ ਆਪਣੇ ਸਹੇੜੇ ਹੋਏ ਨੇ ਵਿਕਾਰਾਂ ਕਰਕੇ, ਪਾਪਾਂ ਕਰਕੇ, ਅਪਰਾਧਾਂ ਕਰਕੇ। ਗੁਰੂ ਜੀ ਕਹਿੰਦੇ ਨੇ ਇਸ ਨਰਕ ਨੂੰ ਦੂਰ ਕਰ ਲੈ। ਕਿਉਂ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ? ਆਪਣੀ ਜਿੰਦ ਨੂੰ ਬਚਾ। ਨਰਕ ਨਿਵਾਰ ਉਧਾਰੋ ਜੀਓ, ਤੇ ਕਿਵੇਂ? ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਗੋਬਿੰਦ ਦੇ ਗੁਣ ਗਾ ਤੇ ਆਤਮਿਕ ਜੀਵਨ ਦੇਣ ਵਾਲਾ ਰਸ ਪੀ। ਕਿਉਂ ਜ਼ਹਿਰ ਪੀਂਦਾ ਫਿਰਨਾ? ਕਾਮ ਕ੍ਰੋਧ ਆਦਿਕ ਜ਼ਹਿਰ ਨੇ ਨਾ, ਈਰਖਾ ਦਵੇਸ਼ ਜ਼ਹਿਰ ਨੇ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਤੇ ਗੁਰੂ ਜੀ ਕਹਿੰਦੇ ਨੇ ਗੋਬਿੰਦ ਦੇ ਗੁਣ ਗਾ। ਗੁਣ ਗੋਬਿੰਦ, ਗੋਬਿੰਦ ਦੇ ਗੁਣ ਗਾ, ਕਿਉਂਕਿ ਗੋਬਿੰਦ ਦੇ ਗੁਣ ਕੀ ਨੇ? ਅੰਮ੍ਰਿਤ ਰਸ, ਆਤਮਿਕ ਜੀਵਨ ਦੇਣ ਵਾਲਾ ਰਸ ਨੇ। ਤੇ ਇਸ ਰਸ ਨੂੰ ਮਾਣ, ਆਤਮਿਕ ਜੀਵਨ ਜੀ, ਨਰਕ ਨੂੰ ਖਤਮ ਕਰ। ਤਾਂ ਦੇਖੋ ਕਿੰਨੀ ਸਿੰਪਲ ਢੰਗ ਦੇ ਨਾਲ ਸਾਨੂੰ ਸਮਝਾ ਦਿੱਤਾ ਹੈ ਗੁਰੂ ਜੀ ਨੇ ਕਿ ਸਾਡੇ ਔਗਣਾ ਕਰਕੇ ਜ਼ਿੰਦਗੀ ਨਰਕ ਬਣੀ ਪਈ ਹੈ। ਇਸ ਨਰਕ ਤੋਂ ਅਸੀਂ ਬਚ ਸਕਦੇ ਹਾਂ, ਆਪਣੀ ਜਿੰਦ ਨੂੰ, ਮਨ ਨੂੰ ਬਚਾ ਸਕਦੇ ਹਾਂ, ਜੇ ਅਸੀਂ ਗੋਬਿੰਦ ਦੇ ਗੁਣ ਗਾਈਏ ਔਰ ਉਹਨਾਂ ਗੁਣਾਂ ਦਾ ਰਸ ਮਾਣੀਏ, ਗੁਣਾਂ ਨੂੰ ਅਮਲ ਵਿੱਚ ਲਿਆਈਏ। ਜਦੋਂ ਅਸੀਂ ਗੁਣਾਂ ਵਾਲੀ ਜ਼ਿੰਦਗੀ ਜੀਵਾਂਗੇ ਤਾਂ ਉਹਨਾਂ ਗੁਣਾਂ ਦਾ ਜੋ ਸੁੱਖ ਮਿਲੇਗਾ, ਉਹਨੂੰ ਗੋਬਿੰਦ ਦਾ, ਉਹਨੂੰ ਆਤਮਿਕ ਜੀਵਨ ਵਾਲਾ ਰਸ ਕਹਿ ਰਹੇ ਨੇ। ਗੋਬਿੰਦ ਦੇ ਗੁਣ ਗਾ, ਆਤਮਿਕ ਜ਼ਿੰਦਗੀ ਜੀ, ਔਰ ਆਪਣੀ ਜਿੰਦ ਨੂੰ ਨਰਕਾਂ ਤੋਂ ਬਚਾ, ਆਪਣੇ ਜੀਵਨ ਨੂੰ ਨਰਕ ਬਣਨ ਤੋਂ ਬਚਾ ਲੈ। ਚਿਤ ਚਿਤਵੋ ਨਾਰਾਇਣ ਏਕ, ਚਿਤ ਦੇ ਤੱਤੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਚਿੱਤ ਵਿੱਚ। ਚਿਤਵੋ ਦਾ ਮਤਲਬ ਸੋਚੋ। ਨਾਰਾਇਣ ਦੋ ਸ਼ਬਦਾਂ ਤੋਂ ਬਣਿਆ ਹੈ, ਨਾਰ ਪਲਸ ਆਇਣ। ਆਇਣ ਦਾ ਮਤਲਬ ਘਰ, ਤੇ ਨਾਰ ਦਾ ਅਰਥ ਹੈ ਪਾਣੀ। ਨਾਰ ਦਾ ਮਤਲਬ ਔਰਤ ਵੀ ਹੁੰਦਾ ਹੈ, ਨਾਰ ਦਾ ਮਤਲਬ ਪਾਣੀ ਵੀ ਹੈ। ਜਿਹਦਾ ਘਰ ਪਾਣੀ ਵਿੱਚ ਹੈ, ਭਾਵ ਨਾਰਾਇਣ ਸਭ ਮਹਿ ਨਿਵਾਸ, ਜਿਹਦਾ ਸਾਰਿਆਂ ਵਿੱਚ ਨਿਵਾਸ ਹੈ। ਏਕ ਦਾ ਮਤਲਬ ਇੱਕ। ਚਿਤ ਚਿਤਵੋ ਨਾਰਾਇਣ ਏਕ, ਇੱਕ ਰੱਬ ਨੂੰ ਆਪਣੇ ਚਿੱਤ ਦੇ ਅੰਦਰ ਚਿਤਵ ਚੇਤੇ ਕਰ ਕਿ ਉਹ ਇੱਕ ਹੈ। ਇਸ ਚੀਜ਼ ਨੂੰ ਚੇਤੇ ਰੱਖ ਕਿ ਉਹ ਇੱਕ ਹੈ। ਇਹ ਚੀਜ਼ ਨੂੰ ਆਪਣੇ ਮਨ ਵਿੱਚ ਵਸਾ, ਇੱਕ ਦੇ ਗੁਣਾਂ ਨੂੰ ਵਸਾ। ਤੇ ਯਾਦ ਰੱਖਣਾ, ਜਿਹੜਾ ਇਨਸਾਨ ਇੱਕ ਦੇ ਨਾਲ ਜੁੜੇਗਾ ਨਾ, ਉਹ ਸਭ ਤੋਂ ਪਹਿਲਾਂ ਆਪਣੇ ਆਪ ਦੇ ਨਾਲ ਇੱਕ ਹੋਏਗਾ। ਉਹ ਅੰਦਰੋਂ ਬਾਹਰੋਂ ਇੱਕ ਹੋਏਗਾ, ਉਹਦੇ ਅੰਦਰ ਦੁਬਿਧਾ ਨਹੀਂ ਹੋਏਗੀ। ਜੈਸੀ ਉਹਦੀ ਸੋਚ ਅੰਦਰੋਂ ਹੈ, ਵੈਸੀ ਬਾਹਰੋਂ ਹੋਏਗੀ। ਮਨ ਬਚਨ ਕਰਮ ਦਾ ਉਹ ਸੱਚਾ ਹੋਏਗਾ। ਉਹਦਾ ਨਜ਼ਰੀਆ ਸਾਰਿਆਂ ਵਾਸਤੇ ਇੱਕੋ ਹੋਏਗਾ, ਉਹਦਾ ਬਿਹੇਵੀਅਰ ਸਾਰਿਆਂ ਵਾਸਤੇ ਇੱਕੋ ਹੋਏਗਾ। ਉਹ ਇਸ ਸਾਰੇ ਬ੍ਰਹਿਮੰਡ ਨੂੰ ਇੱਕ ਸਮੁੱਚਤਾ ਦੇ ਅੰਦਰ ਵੇਖੇਗਾ। ਚਿਤ ਚਿਤਵੋ ਨਾਰਾਇਣ ਏਕ, ਇੱਕ ਨੂੰ ਚੇਤੇ ਰੱਖੋ। ਤੇ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਏਕ ਰੂਪ ਜਾ ਕੇ ਰੰਗ ਅਨੇਕ। ਜਿਸ ਅਕਾਲ ਪੁਰਖ ਦਾ ਰੂਪ ਇੱਕ ਹੈ ਔਰ ਅਨੇਕਾਂ ਰੰਗ ਨੇ, ਭਾਵ ਜਿਹੜਾ ਇੱਕ ਹੈ। ਰੂਪ ਦਾ ਮਤਲਬ ਸਰੂਪ, ਜਿਹਦਾ ਸਰੂਪ ਇੱਕ ਹੈ, ਜੋ ਕੱਲੀ ਹਸਤੀ ਹੈ। ਜਾ ਕੇ ਰੰਗ ਅਨੇਕ, ਤੇ ਜਿਹਦੇ ਅਨੇਕਾਂ ਰੰਗ ਨੇ। ਰੰਗ ਦਾ ਮਤਲਬ ਦ੍ਰਿਸ਼। ਜਿੰਨੇ ਵੀ ਆ ਰੂਪ ਰੰਗ ਦਿਸ ਰਹੇ ਨੇ, ਉਹ ਇੱਕ ਦੀ ਨੇ। ਜਿੰਨੇ ਵੀ ਆ ਤੁਹਾਡੇ ਮੇਰੇ ਹੋਰ ਸਰੀਰ ਨੇ, ਉਹ ਇੱਕ ਦਾ ਹੀ ਰੂਪ ਨੇ, ਇੱਕ ਦਾ ਹੀ ਫੈਲਾਵ ਹੈ।
ਇੱਕ ਸਮੁੰਦਰ ਦੀਆਂ ਹੀ ਲਹਿਰਾਂ ਨੇ। ਜੇ ਰੱਬ ਨੂੰ ਅਸੀਂ ਜ਼ਿੰਦਗੀ ਦਾ ਇੱਕ ਦਰਿਆ ਮੰਨੀਏ ਤਾਂ ਰੱਬ ਜਿਹੜੇ ਅਸੀਂ ਫਿਰ ਅਸੀਂ ਉਸ ਰੱਬ ਦੇ ਬੁਲਬੁਲੇ ਹਾਂ, ਅਸੀਂ ਉਹਦੀਆਂ ਲਹਿਰਾਂ ਹਾਂ। ਜੇ ਰੱਬ ਨੂੰ ਅਸੀਂ ਇੱਕ ਦਰਖਤ ਮੰਨੀਏ ਤਾਂ ਅਸੀਂ ਸਾਰੇ ਜੀਵ ਜੰਤ ਉਸ ਰੱਬ ਦੀਆਂ ਟਹਿਣੀਆਂ ਔਰ ਪੱਤੇ ਹਾਂ। ਤਾਂ ਇਸ ਲਈ ਏਕ ਰੂਪ ਜਾ ਕੇ ਰੰਗ ਅਨੇਕ, ਜਿਹਦਾ ਰੂਪ ਇੱਕ ਹੈ ਔਰ ਜਿਹਦੇ ਅਨੇਕਾਂ ਦ੍ਰਿਸ਼ ਨੇ, ਜੋ ਅਨੇਕਾਂ ਰੂਪਾਂ ਰੰਗਾਂ ਦੇ ਅੰਦਰ ਇੱਕ ਹੀ ਸਮਾਇਆ ਹੋਇਆ ਹੈ, ਉਹਨੂੰ ਆਪਣੇ ਚਿੱਤ ਦੇ ਅੰਦਰ ਚਿਤਵ, ਇਸ ਗੱਲ ਨੂੰ ਆਪਣੇ ਅੰਦਰ ਪੱਕਾ ਕਰਕੇ ਬਿਠਾ। ਗੋਪਾਲ ਦਾਮੋਦਰ ਦੀਨ ਦਿਆਲ। ਗੋਪਾਲ, ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣ ਵਾਲਾ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਜੋ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ। ਇਹ ਗੋਪਾਲ, ਦਮੋਦਰ ਤੇ ਦੀਨ ਦਿਆਲ ਇਹ ਰੱਬ ਦੇ ਹੀ ਨਾਮ ਨੇ, ਰੱਬ ਦੇ ਗੁਣ ਨੇ। ਤਾਂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਤੇ ਨਿਰਾ ਦੀਨਾਂ ਤੇ ਦਇਆ ਕਰਨ ਵਾਲਾ ਨਹੀਂ, ਨਿਰਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੀ ਨਹੀਂ, ਅਗਲਾ ਗੁਣ ਹੋਰ ਦੱਸ ਰਹੇ ਨੇ, ਦੁੱਖ ਭੰਜਨ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਭੰਜਨ ਦਾ ਮਤਲਬ ਤੋੜਨ ਵਾਲਾ, ਭੰਨਣ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਤੇ ਨਿਰਾ ਦੁੱਖਾਂ ਦਾ ਨਾਸ਼ ਕਰਕੇ ਤੇ ਇੱਕ ਪਾਸੇ ਹੋ ਕੇ ਨਹੀਂ ਬਹਿ ਜਾਂਦਾ, ਪੂਰਨ ਕਿਰਪਾਲ, ਪੂਰਾ ਹੈ। ਔਰ ਕਿਰਪਾਲ ਦਾ ਮਤਲਬ ਰਹਿਮਤ ਦਾ ਘਰ ਹੈ, ਰਹਿਮਤ ਕਰਨ ਵਾਲਾ ਹੈ, ਪਿਆਰ ਕਰਨ ਵਾਲਾ ਹੈ। ਯਾਨੀ ਉਸ ਰੱਬ ਨੂੰ ਆਪਣੇ ਮਨ ਦੇ ਅੰਦਰ ਵਸਾ, ਗੋਪਾਲ ਨੂੰ, ਦਮੋਦਰ ਦੀਨ ਦਿਆਲ ਨੂੰ, ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਪੂਰਨ ਰਹਿਮਤ ਕਰਨ ਵਾਲਾ ਹੈ ਔਰ ਰਹਿਮਤ ਦਾ ਘਰ ਹੈ, ਉਹਨੂੰ ਆਪਣੇ ਚਿੱਤ ਵਿੱਚ ਵਸਾ। ਇਹ ਸਾਰੇ ਰੱਬ ਦੇ ਗੁਣ ਨੇ। ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਬਿਠਾ, ਆਪਣੇ ਅੰਦਰ ਸਮਝ, ਇਹਨਾਂ ਦੇ ਉੱਤੇ ਅਮਲ ਕਰ। ਜਿਹਦੇ ਅੰਦਰ ਇਹ ਗੁਣ ਵਸ ਜਾਣਗੇ ਨਾ, ਫਿਰ ਉਹ ਇਹਨਾਂ ਗੁਣਾਂ ਦੀ ਵਰਤੋਂ ਵੀ ਕਰੇਗਾ ਨਾ, ਰੱਬ ਦਾ ਰੂਪ ਹੋ ਜਾਏਗਾ, ਉਹ ਦੂਜਿਆਂ ਦੇ ਵੀ ਦੁੱਖ ਦੂਰ ਕਰੇਗਾ। ਜਿਹਦੇ ਅੰਦਰ ਦਿਆਲੂ ਕਿਰਪਾਲੂ ਰੱਬ ਹੋਏਗਾ ਨਾ, ਉਹ ਦੂਜਿਆਂ ਤੇ ਕਹਿਰ ਨਹੀਂ ਕਰੇਗਾ, ਉਹ ਦੂਜਿਆਂ ਤੇ ਮਿਹਰ ਕਰੇਗਾ, ਕਿਰਪਾ ਕਰੇਗਾ। ਜਿਹਦੇ ਅੰਦਰ ਰੱਬ ਬੈਠਾ ਹੋਏਗਾ ਨਾ, ਪਾਲਣਾ ਕਰਨ ਵਾਲਾ, ਉਹ ਦੂਜਿਆਂ ਦਾ ਉਜਾੜਾ ਨਹੀਂ ਕਰੇਗਾ, ਕਿਉਂਕਿ ਇਹ ਰੱਬੀ ਗੁਣ ਨੇ ਨਾ। ਇਹ ਰੱਬੀ ਗੁਣ ਸਾਡੇ ਅੰਦਰ ਵਸ ਜਾਣਗੇ, ਸਾਡੇ ਅੰਦਰੋਂ ਇਹ ਚੀਜ਼ਾਂ ਪ੍ਰਗਟ ਹੋਣਗੀਆਂ, ਬੰਦਾ ਰੱਬ ਦਾ ਰੂਪ ਹੋ ਜਾਏਗਾ। ਸਿਮਰ ਸਿਮਰ ਬਾਰੰਬਾਰ। ਸਿਮਰ ਦਾ ਮਤਲਬ ਯਾਦ ਕਰ, ਬਾਰੰਬਾਰ ਦਾ ਮਤਲਬ ਬਾਰ-ਬਾਰ, ਹਰ ਵਕਤ, ਮੁੜ-ਮੁੜ ਕੇ, ਹਰ ਵਕਤ। ਨਾਮ ਦਾ ਮਤਲਬ, ਬੋਲ ਕੇ ਦੱਸੋ, ਨਾਮ ਦਾ ਮਤਲਬ ਹੁਕਮ। ਹੁਕਮ ਨੂੰ ਹਮੇਸ਼ਾ ਯਾਦ ਰੱਖੋ ਕਿ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਹੁਕਮ ਦਾ ਮਤਲਬ ਸਿਸਟਮ, ਸਿਸਟਮ ਤੋਂ ਬਾਹਰ ਕੁਝ ਨਹੀਂ, ਇਹ ਚੀਜ਼ ਯਾਦ ਰੱਖਿਓ। ਮਤਾਂ ਕਿਸੇ ਬਾਬੇ ਦੇ ਆਖੇ ਲੱਗ ਕੇ ਕਿ ਬਾਬਾ ਜੀ ਨੇ ਕਿਹਾ ਸੀ ਵੀ ਪੈਟਰੋਲ ਪਾ ਕੇ ਤੇ ਅੱਗ ਲਾਇਆ, ਬਿਲਕੁਲ ਅੱਗ ਨਹੀਂ ਲੱਗਣੀ, ਬਿਲਕੁਲ ਨਾ ਵਿਸ਼ਵਾਸ ਕਰਿਓ, ਕਿਉਂਕਿ ਪੈਟਰੋਲ ਨੂੰ ਅੱਗ ਲੱਗ ਜਾਣੀ ਹੈ। ਇਹ ਸਿਸਟਮ ਹੈ। ਮਤਾਂ ਕੋਈ ਬਾਬਾ ਕਵੇ ਵੀ ਇਹ ਸਮੁੰਦਰ ਦੇ ਵਿੱਚ ਮਾਰ ਦੇ ਛਾਲ ਤੇ ਮੇਰੇ ਹੁਕਮ ਨਾਲ ਤੂੰ ਤਰ ਜਾਏਗਾ, ਕੋਈ ਨਹੀਂ ਤਰਿਆ ਜਾਣਾ, ਜੇਕਰ ਤਰਨਾ ਨਹੀਂ ਹੁੰਦਾ ਡੁੱਬੋਗੇ। ਰੱਬ ਦੇ ਹੁਕਮ ਨੂੰ ਯਾਦ ਰੱਖਣਾ ਹੈ, ਹੁਕਮ ਤੋਂ ਬਾਹਰ ਕੋਈ ਬਾਬਾ ਕੁਝ ਨਹੀਂ ਕਰ ਸਕਦਾ, ਕੋਈ ਜੋਤਸ਼ੀ, ਕੋਈ ਜੰਤਰ ਮੰਤਰ ਤੰਤਰ, ਕੋਈ ਮਨੁੱਖ ਹੁਕਮ ਤੋਂ ਬਾਹਰ ਨਹੀਂ ਹੈ। ਸਾਰੀ ਕਾਇਨਾਤ ਹੁਕਮ ਦੇ ਅੰਦਰ ਹੈ, ਪੂਰੀ ਦੀ ਪੂਰੀ ਦੁਨੀਆ ਸਿਸਟਮ ਦੇ ਅੰਦਰ ਕੰਮ ਕਰ ਰਹੀ ਹੈ। ਇਸ ਚੀਜ਼ ਨੂੰ ਯਾਦ ਰੱਖਣਾ। ਸਿਮਰ ਸਿਮਰ ਨਾਮ ਬਾਰੰਬਾਰ, ਬਾਰ-ਬਾਰ ਤਾਕੀਦ ਕਰਦੇ ਨੇ ਪਏ ਕਿ ਹਮੇਸ਼ਾ ਹਮੇਸ਼ਾ ਰੱਬੀ ਹੁਕਮ ਨੂੰ ਯਾਦ ਰੱਖ, ਤੇਰੀ ਕਾਮਯਾਬੀ ਦਾ ਰਾਜ਼ ਹੈ। ਹੁਕਮ ਤੋਂ, ਸਿਸਟਮ ਤੋਂ ਬਿਨਾ ਕਾਮਯਾਬ ਨਹੀਂ ਹੋਇਆ ਜਾ ਸਕਦਾ। ਜੇ ਡਾਕਟਰ ਇੰਜੀਨੀਅਰ ਬਣਨਾ ਹੈ ਤੇ ਉਹਦੇ ਵਾਸਤੇ ਹੁਕਮ ਹੈ ਨਾ, ਕੋਈ ਸਿਸਟਮ ਹੈ, ਉਹਨੂੰ ਫੋਲੋ ਕਰਨਾ ਪਵੇਗਾ। ਟ੍ਰੈਫਿਕ ਦੇ ਕੁਝ ਨੇਮ ਨੇ, ਫਸਲ ਬਾੜੀ ਪੈਦਾ ਕਰਨੀ ਉਹਦੇ ਕੁਝ ਨੇਮ ਨੇ, ਜੇ ਪਰਿਵਾਰ ਦੇ ਅੰਦਰ ਸੁਖ ਸ਼ਾਂਤੀ ਰੱਖਣੀ ਉਹਦੇ ਕੁਝ ਨੇਮ ਨੇ, ਇਨਸਾਨੀਅਤ ਪੈਦਾ ਕਰਨੀ ਹੈ ਆਪਣੇ ਅੰਦਰ ਤਾਂ ਉਹਦੇ ਕੁਝ ਨੇਮ ਨੇ, ਜੇ ਸੁਖੀ ਔਰ ਸ਼ਾਂਤ ਰਹਿਣਾ ਤੇ ਨੇਮ ਨੇ। ਸਭ ਕੁਝ ਨੇਮਾਂ ਵਿੱਚ ਹੈ ਨਾ, ਸਭ ਕੁਝ ਹੁਕਮ ਦੇ ਅੰਦਰ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਇਸ ਹੁਕਮ ਨੂੰ ਯਾਦ ਰੱਖ, ਸਿਮਰ ਸਿਮਰ ਨਾਮ ਬਾਰੰਬਾਰ। ਨਾਨਕ ਜੀ ਕਾ ਇਹ ਆਧਾਰ, ਇਹਨੂੰ ਇਹ ਹੈ ਨਹੀਂ ਪੜਨਾ, ਈੜੀ ਦੇ ਨਾਲ ਸਿਹਾਰੀ ਹੈ, ਈ ਕਰਕੇ ਬੋਲਣਾ ਹੈ, ਔਰ ਹਾਹੇ ਤੇ ਦੁਲਾਵਾਂ ਨੇ ਹੈ, ਇਹ ਨਾਨਕ ਜੀ ਕਾ ਇਹ ਆਧਾਰ। ਇਹ ਦਾ ਮਤਲਬ ਇਹੋ,
ਜੀ ਕਾ ਦਾ ਮਤਲਬ ਜਿੰਦ ਦਾ, ਆਧਾਰ ਦਾ ਮਤਲਬ ਆਸਰਾ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਇਹ ਹੀ ਜਿੰਦ ਦਾ ਆਸਰਾ ਹੈ, ਇਹ ਜੀਵਨ ਦਾ ਆਸਰਾ ਹੈ। ਕਿਹੜਾ? ਹੁਕਮ ਨੂੰ ਯਾਦ ਰੱਖਣਾ। ਰੱਬ ਦਾ ਹੁਕਮ ਜੀਵਨ ਦਾ ਆਸਰਾ ਹੈ। ਹੁਕਮ ਰਜ਼ਾਈ ਚੱਲਣਾ, ਹੁਕਮੇ ਅੰਦਰ ਸਭ ਕੋ। ਇਸ ਲਈ ਇਹ ਤੇਰੇ ਜੀਵਨ ਦਾ ਆਧਾਰ ਬਣ ਜਾਏ। ਰੱਬ ਦਾ ਗੁਣ, ਰੱਬ ਦੇ ਗੁਣ, ਰੱਬ ਦਾ ਹੁਕਮ। ਜੇ ਹੁਕਮ ਦੇ ਉੱਤੇ ਉਸਾਰੀ ਹੋਏਗੀ ਨਾ ਜ਼ਿੰਦਗੀ ਦੀ, ਗੁਣਾਂ ਦੇ ਉੱਤੇ ਜੀਵਨ ਉਸਰੇਗਾ, ਤਾਂ ਜੀਵਨ ਦਾ ਮਹਿਲ ਬੜਾ ਸੁਹਾਵਣਾ ਹੋਏਗਾ। ਜੇ ਸਤ ਸੰਤੋਖ ਦਇਆ ਧਰਮ ਧੀਰਜ ਤੇ ਸਾਡੀ ਉਸਾਰੀ ਹੋਏਗੀ ਨਾ ਜੀਵਨ ਦੀ, ਤਾਂ ਸਾਡਾ ਜੀਵਨ ਬੜਾ ਸੁਖਦਾਈ ਔਰ ਖੁਸ਼ਹਾਲ ਹੋਏਗਾ। ਇਸ ਲਈ ਇਹ ਜੀਵਨ ਦਾ ਆਧਾਰ ਹੈ, ਆਸਰਾ ਹੈ। ਇਹਨੂੰ ਜੀਵਨ ਦਾ ਆਸਰਾ ਬਣਾ। ਇਹ ਕੋਈ ਕਥਾ ਕਰਨ ਵਾਸਤੇ ਔਰ ਸੁਣਨ ਵਾਸਤੇ ਗੱਲ ਨਹੀਂ ਹੈ, ਇਹ ਜੀਵਨ ਦਾ ਆਸਰਾ ਬਣਾਉਣਾ ਹੈ। ਇਹ ਕੋਈ ਮਨ ਪਰਚਾਵਾ ਨਹੀਂ ਹੈ, ਖੇਲ ਨਹੀਂ ਹੈ, ਇਹ ਜੀਵਨ ਦਾ ਆਸਰਾ ਹੈ। ਜਿਹੜਾ ਆਪਣੇ ਜੀਵਨ ਦਾ ਆਸਰਾ ਇਸ ਹੁਕਮ ਨੂੰ, ਰੱਬੀ ਨਾਮ ਨੂੰ, ਰੱਬੀ ਗੁਣਾਂ ਨੂੰ ਬਣਾ ਲਵੇਗਾ, ਉਹ ਇਨਸਾਨ ਕੀ ਹੋਏਗਾ? ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ, ਉਹ ਪੂਰੇ ਨੂੰ ਪਾ ਲਵੇਗਾ, ਉਹ ਪੂਰੇ ਦੇ ਅੰਦਰ ਸਮਾ ਜਾਏਗਾ। ਉੱਤਮ ਸ਼ਲੋਕ ਸਾਧ ਕੇ ਬਚਨ। ਇੱਥੇ ਸਾਧ ਦਾ ਮਤਲਬ ਹੈ ਗੁਰੂ। ਜੋ ਗੁਰੂ ਦੇ ਬਚਨ ਨੇ ਉਹ ਸਿਫਤ ਸਲਾਹ ਵਾਲੇ ਨੇ ਔਰ ਉੱਤਮ ਨੇ। ਗੁਰੂ ਦੇ ਬਚਨ ਸਭ ਤੋਂ ਚੰਗੀ ਸਿਫਤ ਸਲਾਹ ਦੀ ਬਾਣੀ ਹੈ। ਗੁਰੂ ਦੇ ਬਚਨਾਂ ਨੂੰ ਸੁਣ। ਗੁਰੂ ਦੇ ਬਚਨਾਂ ਤੋਂ ਉੱਤੇ ਕੋਈ ਸ਼ੈ ਨਹੀਂ ਹੈ। ਇਸ ਲਈ ਸਿੱਖ ਵਾਸਤੇ ਗੁਰੂ ਦੀ ਪਾਵਨ ਬਾਣੀ ਤੋਂ ਵੱਡੀ ਕੋਈ ਸ਼ੈ ਨਹੀਂ। ਗੁਰੂ ਦੀ ਪਾਵਨ ਬਾਣੀ ਸਾਡਾ ਜੀਵਨ ਹੈ। ਗੁਰੂ ਦੀ ਪਾਵਨ ਬਾਣੀ ਜੀਵਨ ਦਾ ਆਧਾਰ ਹੈ। ਗੁਰੂ ਦੀ ਪਾਵਨ ਬਾਣੀ ਹੀ ਗੁਰੂ ਹੈ। ਗੁਰੂ ਦੀ ਪਾਵਨ ਬਾਣੀ ਹੀ ਸਾਡੇ ਵਾਸਤੇ ਰੱਬ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਲਈ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੋ ਗੁਰੂ ਦੇ ਸ਼ਲੋਕ ਯਾਨੀ ਗੁਰੂ ਦੇ ਜੋ ਬਚਨ ਨੇ ਇਹ ਉੱਤਮ ਨੇ। ਇਹਨਾਂ ਤੋਂ ਉੱਤਮ ਕੋਈ ਹੋਰ ਸ਼ੈ ਚੀਜ਼ ਨਹੀਂ ਹੈ। ਉੱਤਮ ਸ਼ਲੋਕ ਸਾਧ ਕੇ ਬਚਨ। ਅਮੂਲੀਕ ਲਾਲ ਇਹ ਰਤਨ। ਅਮੁੱਲ ਹੁੰਦਾ ਨਾ, ਅਮੁੱਲ ਦੀ ਤਰ੍ਹਾਂ ਇਹਨੂੰ ਪੜ੍ਹਨਾ। ਅਮੂਲੀਕ, ਅਮੂਲੀਕ ਨਹੀਂ, ਮੁੱਲਿਕ, ਅਮੁੱਲਿਕ, ਲੀਕ, ਅਮੁਲੀਕ, ਅਮੂਲੀਕ ਲਾਲ ਇਹ ਰਤਨ। ਇਹ ਸ਼ਬਦ ਜਿਹੜਾ ਨਾ ਸਿਹਾਰੀ ਤੋਂ ਬਿਨਾ ਹਾਹਾ ਹੋਏ ਨਾ, ਇਹ ਲਫ਼ਜ਼ ਬਹੁਵਚਨ ਬਣਿਆ ਹੈ ਇਹ ਤੋਂ, ਯਾਨੀ ਬਿਨਾ ਸਿਹਾਰੀ ਤੋਂ ਹੋਏ ਤਾਂ ਉਹ ਸਿੰਗੂਲਰ ਹੈ। ਇੱਥੇ ਇਹ ਦੇ ਹਾਹੇ ਨਾਲ ਸਿਹਾਰੀ ਹੈ, ਇਹ ਬਹੁਵਚਨੀ ਸ਼ਬਦ ਬਣ ਗਿਆ। ਅਮੂਲੀਕ ਦਾ ਮਤਲਬ ਅਮੋਲਕ। ਇਹ ਅਮੋਲਕ ਲਾਲ ਨੇ, ਇਹ ਅਮੋਲਕ ਰਤਨ ਨੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਜੋ ਗੁਰੂ ਦੇ ਬਚਨ ਨੇ ਇਹ ਅਮੁੱਲਕ ਨੇ, ਇਹ ਅਮੁੱਲਕ ਨੇ। ਇਹਨਾਂ ਦਾ ਕੋਈ ਕੀਮਤ ਨਹੀਂ ਹੈ। ਇਹਨਾਂ ਨੂੰ ਕਿਸੇ ਕੀਮਤ ਤੋਂ ਪਾਇਆ ਨਹੀਂ ਜਾ ਸਕਦਾ। ਇਸ ਲਈ ਗੁਰੂ ਦੇ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰ। ਸੁਨਤ ਕਮਾਵਤ ਹੋਤ ਉਧਾਰ। ਸੁਣਦਿਆਂ ਔਰ ਕਮਾਉਂਦਿਆਂ ਉਧਾਰ ਹੋਏਗਾ। ਸੁਨਤ ਦਾ ਮਤਲਬ ਸੁਣਦਿਆਂ। ਜੇ ਗੁਰੂ ਦੇ ਬਚਨਾਂ ਨੂੰ ਸੁਣੀਏ ਨਾ ਔਰ ਸੁਣਨ ਤੋਂ ਬਾਅਦ ਕਮਾਈਏ, ਸੁਨਤ ਕਮਾਵਤ, ਸੁਣਨ ਨਾਲ ਔਰ ਇਹਨਾਂ ਬਚਨਾਂ ਦੀ ਕਮਾਈ ਕਰਨ ਦੇ ਨਾਲ ਉਧਾਰ ਹੋਏਗਾ। ਕਮਾਈ ਕਰਨ ਦਾ ਮਤਲਬ ਕੀ ਹੋਇਆ? ਇਹਨਾਂ ਚੀਜ਼ਾਂ ਨੂੰ ਅਮਲ ਦੇ ਵਿੱਚ ਲਿਆਉਣਾ। ਤਾਂ ਹੁਣ ਗੁਰਬਾਣੀ ਦਾ ਜੋ ਪ੍ਰਯੋਜਨ ਹੈ ਉਹ ਇਹ ਹੈ ਕਿ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ ਔਰ ਇਸ ਬਾਣੀ ਨੂੰ ਕਮਾਣਾ ਹੈ। ਕਮਾਉਣ ਦਾ ਮਤਲਬ ਅਮਲੀ ਰੂਪ ਦੇਣਾ ਹੈ। ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨਾ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਜਿਵੇਂ ਆਪਾਂ ਰੋਜ਼ 6 ਗੱਲਾਂ ਦੀ ਗੱਲ ਕਰਦੇ ਹਾਂ, 6 ਕੰਮਾਂ ਦੀ। ਅੱਖਾਂ ਨਾਲ ਕੀ ਵੇਖਣਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਜ਼ਬਾਨ ਨਾਲ ਕੀ ਬੋਲਣਾ ਹੈ, ਹੱਥਾਂ ਨਾਲ ਕੀ ਕਰਨਾ ਹੈ, ਪੈਰਾਂ ਨਾਲ ਕਿੱਧਰ ਤੁਰਨਾ ਹੈ, ਮਨ ਨਾਲ ਕੀ ਸੋਚਣਾ ਹੈ। ਗੁਰੂ ਦੇ ਇਹਨਾਂ ਬਚਨਾਂ ਨੂੰ ਸੁਣਨਾ ਹੈ ਔਰ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ, ਭਾਵ ਕਿ ਗੁਰੂ ਦੇ ਬਚਨਾਂ ਦੇ ਉੱਤੇ ਅਮਲ ਕਰਨਾ ਹੈ। ਫਿਰ ਕੀ ਹੋਏਗਾ? ਹੋਤ ਉਧਾਰ। ਫਿਰ ਉਧਾਰ ਹੋ ਜਾਏਗਾ, ਖਲਾਸੀ ਹੋ ਜਾਏਗੀ ਵਿਕਾਰਾਂ ਤੋਂ, ਬੰਧਨਾਂ ਤੋਂ ਮੁਕਤੀ ਹੋ ਜਾਏਗੀ ਜਿਉਂਦੇ ਜੀ। ਆਪ ਤਰੈ ਲੋਕਹਿ ਨਿਸਤਾਰ। ਤੇ ਜਿਹੜਾ ਇਹੋ ਜਿਹਾ ਇਨਸਾਨ ਹੈ ਨਾ, ਜਿਹੜਾ ਸੁਣਦਾ ਹੈ, ਕਮਾਉਂਦਾ ਹੈ, ਜਿਹਦਾ ਵਿਕਾਰਾਂ ਤੋਂ ਖੁਲਾਸੀ ਹੋ ਗਈ ਹੈ, ਉਹ ਆਪ ਵੀ ਤਰਦਾ ਹੈ ਤੇ ਉਹ ਲੋਕਾਂ ਦਾ ਵੀ ਪਾਰ ਉਤਾਰਾ ਕਰਦਾ ਹੈ। ਕਿਉਂਕਿ ਜਿਹੜਾ ਬੰਦਾ ਆਪ ਤਰ ਗਿਆ, ਇਹਨਾਂ ਵਿਕਾਰਾਂ ਤੋਂ ਬਚ ਗਿਆ,
ਉਹ ਦੂਜੇ ਲੋਕਾਂ ਨੂੰ ਵੀ ਦੱਸੇਗਾ ਵੀ ਯਾਰ ਤੁਸੀਂ ਕਿਉਂ ਖੱਜਲ ਹੁੰਦੇ ਫਿਰਦੇ ਹੋ, ਕਿਉਂ ਵਿਕਾਰਾਂ ਦੇ ਵਿੱਚ ਤੁਸੀਂ ਪਏ ਹੋਏ ਹੋ, ਇਹ ਜੀਵਨ ਬੜਾ ਸੋਹਣਾ ਹੈ। ਜਿਵੇਂ ਅਸੀਂ ਕੋਈ ਚੀਜ਼ ਲੈ ਕੇ ਆਈਏ ਨਾ, ਤੇ ਅਸੀਂ ਫਿਰ ਦੂਜਿਆਂ ਨੂੰ ਦੱਸਦੇ ਆ ਯਾਰ ਇਹ ਚੀਜ਼ ਬਹੁਤ ਵਧੀਆ, ਫੋਨ ਸੈੱਟ ਜਿਹੜਾ ਨਾ ਬਹੁਤ ਵਧੀਆ, ਇਹਦੇ ਵਿੱਚ ਇੰਨੇ ਫੰਕਸ਼ਨ ਨੇ, ਨਾਲੇ ਸਸਤਾ ਹੈ, ਨਾਲੇ ਇਹਦੇ ਵਿੱਚ ਫੰਕਸ਼ਨ ਪੂਰੇ ਨੇ, ਬੜਾ ਵਧੀਆ ਹੈ। ਦੂਜਿਆਂ ਨੂੰ ਦੱਸਦੇ ਆ ਨਾ ਵੀ ਤੂੰ ਇਹ ਨਾ ਲੈ, ਜੇ ਮਕਾਨ ਨੂੰ ਵੀ ਲੈਣਾ ਤੇ ਨਾ ਇਸ ਇਲਾਕੇ ਦੇ ਵਿੱਚ ਲੈ, ਇੱਥੇ ਬੱਸ ਦਾ ਨੇੜੇ ਹੈ, ਹਸਪੀਟਲ ਨੇੜੇ ਹੈ, ਇੱਥੇ ਸਟੋਰ ਵਗੈਰਾ ਨੇੜੇ ਨੇ, ਔਰ ਥਾਂ ਵੀ ਬੜਾ ਸਸਤਾ ਹੈ। ਅਸੀਂ ਲੋਕਾਂ ਨੂੰ ਦੱਸਦੇ ਆ ਨਾ, ਜਿਹੜੀ ਚੀਜ਼ ਦਾ ਆਪ ਬੰਦੇ ਨੇ ਆਨੰਦ ਮਾਣਿਆ ਹੋਵੇ ਫਿਰ ਉਹ ਦੂਜਿਆਂ ਨੂੰ ਦੱਸਦਾ ਹੈ। ਤਾਂ ਜਿਸ ਇਨਸਾਨ ਨੇ ਗੁਰਬਾਣੀ ਨੂੰ ਪੜ੍ਹਿਆ ਹੈ, ਸੁਣਿਆ ਹੈ, ਸਮਝਿਆ ਹੈ, ਜੀ ਕੇ ਉਹਦਾ ਆਨੰਦ ਮਾਣਿਆ, ਉਹ ਲੋਕਾਂ ਨੂੰ ਵੀ ਦੱਸੇਗਾ ਪਿਆਰਿਓ ਗੁਰਬਾਣੀ ਵਾਲੀ ਜ਼ਿੰਦਗੀ ਬੜੀ ਚੰਗੀ ਜੇ, ਅਵਰਤਨ ਰਾਤੇ ਸਰਾਧ ਉਰਲੇ ਪਰਲੇ, ਇਹਨਾਂ ਵਿੱਚ ਕੱਖ ਨਹੀਂ ਜੇ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਦੇਖੋ, ਜੀਵਨ ਸੌਖਾ ਹੋ ਜਾਏਗਾ, ਜੀਵਨ स्वर्ग बन जाएगा। आप तरह लोग के निस्तार। सफल जीवन सफलता का संग। गुरु जी कहते ने उस मनुख की जिंदगी सफल है, ਉਹਦਾ संग सुहावना है। सफल ਦਾ मतलब फल देने वाला। ਇਹ ਚੀਜ਼ਾਂ ਅਸੀਂ ਵਿਚਾਰ ਚੁੱਕੇ ਹਾਂ। ਫਸਲ ਵਾਸਤੇ ਅਸੀਂ ਇੰਡੀਆ ਵਿੱਚ ਦੋ ਸ਼ਬਦ ਵਰਤੇ ਹਨ, ਅਫਲ ਔਰ ਸਫਲ। ਅਫਲ ਉਸ ਫਲ ਨੂੰ ਕਹਿੰਦੇ ਨੇ ਜਿਵੇਂ ਝੋਨਾ ਬੜਾ ਜ਼ਿਆਦਾ ਵੱਧ ਜਾਂਦਾ ਹੈ ਲੇਕਿਨ ਉਹਦੇ ਸਿੱਟਿਆਂ ਵਿੱਚ ਦਾਣੇ ਨਹੀਂ ਪੈਂਦੇ, ਇਹਦਾ ਮਤਲਬ ਅਫਲ ਗਿਆ। ਕਈ ਵਾਰ ਕਿਸੇ ਰੁੱਖ ਨੂੰ ਫੁੱਲ ਬੜੇ ਲੱਗਦੇ ਨੇ, ਬੂਰ ਬੜਾ ਪੈਂਦਾ ਲੇਕਿਨ ਫਲ ਨਹੀਂ ਲੱਗਦੇ। ਜਿਵੇਂ ਤਿਲਾਂ ਤੇ ਪੇੜ ਨੇ ਬੜੇ ਵੱਡੇ ਵੱਡੇ ਹੋ ਜਾਂਦੇ ਨੇ, ਫਲੀਆਂ ਵੀ ਲੱਗਦੀਆਂ ਨੇ, ਫੁੱਲ ਵੀ ਲੱਗਦੇ ਨੇ, ਪੱਤੇ ਵੀ ਲੱਗਦੇ ਨੇ, ਪਰ ਫਲੀਆਂ ਦੇ ਵਿੱਚ ਬੀਜ ਨਹੀਂ ਪੈਂਦੇ, ਉਹਨੂੰ ਕਹਿੰਦੇ ਨੇ ਅਫਲ। ਤੇ ਸਫਲ ਦਾ ਮਤਲਬ ਹੈ ਜਿਹਦੇ ਫਲ ਮਿਲ ਜਾਏ। ਹੁਣ ਕਈ ਵਾਰ ਅਸੀਂ ਕਿਸੇ ਬੰਦੇ ਦਾ ਸੰਗ ਕਰਦੇ ਹਾਂ, ਸਾਥ ਕਰਦੇ ਹਾਂ, ਪਰ ਉਹਦੇ ਸੰਗ ਦੇ ਵਿੱਚੋਂ ਸਾਨੂੰ ਸੁੱਖ ਨਹੀਂ ਮਿਲਦਾ, ਤਾਂ ਉਹ ਅਫਲ ਹੀ ਗਿਆ ਨਾ। ਤਾਂ ਗੁਰੂ ਜੀ ਕਹਿੰਦੇ ਨੇ ਸਫਲ ਜੀਵਨ ਸਫਲਤਾ ਕਾ ਸੰਗ। ਉਸ ਮਨੁੱਖ ਦਾ ਜੀਵਨ ਭਾਗਾਂ ਵਾਲਾ ਹੈ ਔਰ ਉਸ ਮਨੁੱਖ ਦਾ ਸਾਥ ਵੀ ਫਲ ਦੇਣ ਵਾਲਾ ਹੁੰਦਾ ਹੈ। ਕਿਦਾ? ਜਾ ਕੇ ਮਨ ਲਾਗਾ ਹਰ ਰੰਗ, ਜਿਹਦੇ ਮਨ ਦੇ ਅੰਦਰ ਪ੍ਰਭੂ ਦਾ ਪ੍ਰੇਮ ਲੱਗ ਗਿਆ। ਰੰਗ ਦਾ ਮਤਲਬ ਪ੍ਰੇਮ। ਜਿਹਦੇ ਮਨ ਦੇ ਅੰਦਰ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ, ਪ੍ਰਭੂ ਦੇ ਗੁਣਾਂ ਦਾ ਪਿਆਰ ਬਣ ਜਾਂਦਾ ਹੈ, ਉਸ ਮਨੁੱਖ ਦਾ ਜੀਵਨ ਸਫਲਾ ਹੋ ਜਾਂਦਾ ਹੈ। ਉਸ ਮਨੁੱਖ ਦਾ ਸਾਥ ਬੜਾ ਪਿਆਰਾ ਹੈ। ਐਸੇ ਇਨਸਾਨਾਂ ਦਾ ਸਾਥ ਕਰਾਂਗੇ, ਸਾਡੇ ਅੰਦਰ ਗੁਣ ਪੈਦਾ ਹੋਣਗੇ। ਐਸੇ ਇਨਸਾਨਾਂ ਦੇ ਨਾਲ ਸਾਡੀ ਬੋਲਚਾਲ ਜਦੋਂ ਹੋਏਗੀ ਤਾਂ ਸਾਡੀ ਬੋਲਚਾਲ ਦੇ ਅੰਦਰ ਵੀ ਮਿਠਾਸ ਆਏਗਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਜ਼ਿੰਦਗੀ ਆਪਣੀ ਬਣਾਉਣ ਦਾ ਯਤਨ ਕਰੋ। ਜੈ ਜੈ ਸ਼ਬਦ ਅਨਾਹਦ ਵਾਜੈ। ਜੈ ਜੈ ਦਾ ਮਤਲਬ ਜੈ ਜੈਕਾਰ। ਬਿਟ ਥੱਲੇ ਚਲੇ ਜਾਓ, ਮੈਂ ਥੋੜੀ ਕਲਾਸ ਲਗਾ ਲਵਾਂ। ਜੈ ਜੈ ਸ਼ਬਦ ਅਨਾਹਦ ਵਾਜੈ, ਕਿ ਉਹ ਅਨਾਹਦ ਦਾ ਮਤਲਬ ਲਗਾਤਾਰ। ਜੈ ਜੈ ਦਾ ਮਤਲਬ ਜੈ ਜੈਕਾਰ, ਸਿਫਤ ਸਲਾਹ ਦੀ ਆਵਾਜ਼। ਅਨਾਹਦ ਦਾ ਮਤਲਬ ਲਗਾਤਾਰ, ਇੱਕ ਰਸ। ਉਸ ਮਨੁੱਖ ਦੇ ਅੰਦਰ ਚੜ੍ਹਦੀਆਂ ਕਲਾਂ ਦੀ ਰੌਂ ਚੱਲਦੀ ਰਹਿੰਦੀ ਹੈ, ਜੈ ਜੈਕਾਰ ਹੁੰਦੀ ਰਹਿੰਦੀ ਹੈ। ਦੋ ਤਰ੍ਹਾਂ ਦੇ ਇਨਸਾਨ ਨੇ ਇਸ ਦੁਨੀਆ ਵਿੱਚ। ਇੱਕ ਉਹ ਨੇ ਜਿਹੜੇ ਹਮੇਸ਼ਾ ਹੀ ਨੈਗੇਟਿਵ ਗੱਲ ਹੀ ਕਰਦੇ ਰਹਿੰਦੇ ਨੇ ਕਿ ਮੇਰੇ ਤੋਂ ਤੇ ਕੁਛ ਨਹੀਂ ਹੋਣਾ, ਮੈਂ ਤੇ ਕੁਛ ਨਹੀਂ ਕਰ ਸਕਦਾ, ਹੁਣ ਉਮਰ ਨਹੀਂ ਰਹੀ, ਹੁਣ ਤੇ ਗੋਡੇ ਨਹੀਂ ਉੱਠਦੇ, ਹੁਣ ਤੇ ਤੁਰਿਆ ਨਹੀਂ ਜਾਣਾ, ਹੁਣ ਤਾਂ ਕੁਛ ਨਹੀਂ ਹੋ ਸਕਦਾ, ਹੁਣ ਤਾਂ ਅਗਲੀ ਤਿਆਰੀ ਹੈ। ਲੋਕ ਐਵੇਂ ਕਰਦੇ ਰਹਿੰਦੇ ਨੇ ਗੱਲਬਾਤ। ਕਈ ਲੋਕ ਕਹਿੰਦੇ ਨੇ ਦੁਨੀਆ ਬੜੀ ਭੈੜੀ ਹੈ, ਇਸ ਦੁਨੀਆ ਵਿੱਚ ਤੇ ਕੁਛ ਵੀ ਨਹੀਂ, ਕਿਸਮਤ ਮਾੜੀ, ਕੁਛ ਐਸਾ ਐਸਾ। ਲੇਕਿਨ ਕੁਛ ਲੋਕ ਐਸੇ ਨੇ ਜੋ ਕਹਿੰਦੇ ਨੇ ਕਿ ਮੈਂ ਸਭ ਕੁਛ ਕਰ ਸਕਦਾ ਹਾਂ, ਇਹ ਦੁਨੀਆ ਬੜੀ ਸੁਹਾਵਣੀ ਹੈ, ਦੁਨੀਆ ਬੜੀ ਚੰਗੀ ਹੈ, ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਨਾਲ ਤਾਕਤ ਹੈ, ਮੈਂ ਚੰਗੀ ਜ਼ਿੰਦਗੀ ਜੀ ਸਕਦਾ ਹਾਂ। ਉਹਨਾਂ ਦੇ ਅੰਦਰ ਚੜ੍ਹਦੀ ਕਲਾ ਹੁੰਦੀ ਹੈ, ਉਹਨਾਂ ਦੇ ਅੰਦਰ ਸ਼ੁਭ ਗੁਣ ਨੇ, ਤੇ ਕਈਆਂ ਦੇ ਅੰਦਰ ਭਾਈ ਔਗਣ ਨੇ। ਤਾਂ ਜੈ ਜੈ ਸ਼ਬਦ ਅਨਾਹਦ ਵਾਜੈ, ਉਹਦੇ ਅੰਦਰ ਚੜ੍ਹਦੀਆਂ ਕਲਾਂ ਦੀ ਰੌਂ ਹਮੇਸ਼ਾ ਚੱਲਦੀ ਰਹਿੰਦੀ ਹੈ। ਪੋਜ਼ਿਟਿਵ ਥਿੰਕਿੰਗ ਹੁੰਦੀ ਹੈ, ਸਕਾਰਾਤਮਕ ਸੋਚ ਹੁੰਦੀ ਹੈ, ਉਹ ਹਮੇਸ਼ਾ ਰੱਬ ਦੀ ਸਿਫਤ ਸਲਾਹ ਕਰਦਾ ਹੈ। ਜੈ ਜੈਕਾਰ ਦਾ ਮਤਲਬ ਰੱਬ ਦੀ ਸਿਫਤ ਸਲਾਹ ਲਗਾਤਾਰ ਕਰਦਾ ਹੈ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ। ਗਾਜੈ ਦਾ ਮਤਲਬ ਗੱਜਦਾ ਹੈ, ਜਿਹਨੂੰ ਸੁਣ ਸੁਣ ਕੇ ਮਹਿਸੂਸ ਕਰ ਕਰਕੇ ਉਹ ਖੁਸ਼ ਹੁੰਦਾ ਹੈ, ਕਿਉਂਕਿ ਉਹਦੇ ਅੰਦਰ ਸੁਆਮੀ ਗੱਜ ਰਿਹਾ ਹੈ, ਰੱਬ ਗੱਜ ਰਿਹਾ ਹੈ, ਰੱਬ ਦੇ ਗੁਣ ਗੱਜ ਰਹੇ ਨੇ, ਗੜਗੜਾਹਟ ਹੋ ਰਹੀ ਹੈ। ਗੱਜਣ ਦਾ ਮਤਲਬ ਕਿ ਉਹਦੇ ਅੰਦਰ ਹਰ ਵਕਤ ਪ੍ਰਭੂ ਦੇ ਗੁਣ ਪ੍ਰਗਟ ਹੋ ਰਹੇ ਨੇ।
ਉਹਦੇ ਅੰਦਰ ਹਮੇਸ਼ਾ ਗੁਣਾਂ ਦੀ ਗੱਲ ਹੋ ਰਹੀ ਹੈ, ਔਰ ਉਹ ਪ੍ਰਭੂ ਦੀ ਸਿਫਤ ਸਲਾਹ ਨੂੰ ਸੁਣਦਾ ਹੈ, ਤੇ ਉਹਦੇ ਅੰਦਰ ਹਮੇਸ਼ਾ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹਦੇ ਗੁਣ ਹਮੇਸ਼ਾ ਪ੍ਰਗਟ ਨੇ। ਉਹਦੇ ਅੰਦਰ ਮਾਨੋ ਰੱਬ ਗੱਜ ਰਿਹਾ ਹੈ। ਰੱਬ ਗੱਜਣ ਦਾ ਮਤਲਬ ਬੋਲ ਰਿਹਾ ਹੈ। ਜਦੋਂ ਵੀ ਉਹ ਬੋਲੇਗਾ, ਰੱਬ ਦੇ ਬੋਲ ਬੋਲੇਗਾ। ਉਹਦੇ ਅੰਦਰੋਂ ਨੈਗੇਟਿਵ ਬੋਲ ਕਦੇ ਨਹੀਂ ਸੁਣੋਗੇ। ਪ੍ਰਗਟੇ ਗੋਪਾਲ ਮਹਾਨਤ ਕੈ ਮੱਥ ਹੈ। ਮਹਾਨਤ ਦਾ ਮਤਲਬ ਜੋ ਰੱਬ ਦੇ ਹੁਕਮ ਵਿੱਚ ਤੁਰਨ ਵਾਲੇ ਨੇ, ਜਿਨ੍ਹਾਂ ਨੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹਨਾਂ ਵਾਸਤੇ ਸ਼ਬਦ ਵਰਤ ਰਹੇ ਨੇ ਮਹਾਨਤ। ਜਿਵੇਂ ਸ਼ਬਦ ਸਚਿਆਰ ਵਰਤ ਰਿਹਾ ਹੈ, ਜਿਵੇਂ ਗੁਰਮੁਖ ਵਰਤਿਆ ਹੈ, ਉਵੇਂ ਇੱਥੇ ਸ਼ਬਦ ਹੈ ਮਹਾਨਤ ਦਾ ਮਤਲਬ ਮਹਾਨ ਪੁਰਸ਼ ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ। ਪ੍ਰਗਟੇ ਗੋਪਾਲ, ਗੋਪਾਲ ਪ੍ਰਭੂ ਉੱਚੀ ਕਰਨੀ ਵਾਲੇ ਬੰਦੇ ਦੇ ਮੱਥੇ ਤੇ ਪ੍ਰਗਟ ਹੋ ਜਾਂਦੇ ਨੇ। ਮੱਥੇ ਤੇ ਪ੍ਰਗਟ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਉਹਨਾਂ ਦੇ ਮੱਥੇ ਦੇ ਉੱਤੇ ਕੋਈ ਨਿਸ਼ਾਨ ਪੈ ਜਾਂਦਾ ਹੈ। ਮੱਥੇ ਦਾ ਚਿਹਰੇ ਤੋਂ ਪ੍ਰਗਟ ਹੋ ਜਾਂਦਾ ਮਤਲਬ ਇਹ ਹੈ ਕਿ ਉਹਨਾਂ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ, ਉਹਨਾਂ ਦੇ ਜੀਵਨ ਤੋਂ ਪਤਾ ਲੱਗ ਜਾਂਦਾ ਕਿ ਉਹ ਕੈਸੇ ਨੇ। ਸਾਡੇ ਚਿਹਰੇ ਦੱਸ ਦਿੰਦੇ ਨੇ ਨਾ। ਜੇ ਅੰਦਰ ਕੋਈ ਚਿੰਤਾ ਹੋਵੇ ਤਾਂ ਦੇਖੋ, ਅਸੀਂ ਇੱਕ ਦੂਜੇ ਤੋਂ ਦੂਰ ਬੈਠੇ ਵੀ ਪੁੱਛ ਲੈਨੇ, ਅੱਜ ਭਾਈ ਸਾਹਿਬ ਜਾਂ ਵੀਰ ਜੀ ਜਾਂ ਭੈਣ ਜੀ ਤੁਸੀਂ ਪਰੇਸ਼ਾਨ ਲੱਗ ਰਹੇ ਹੋ, ਕਿਉਂਕਿ ਅੰਦਰਲਾ ਪ੍ਰਗਟ ਹੋ ਜਾਂਦਾ ਨਾ। ਤੇ ਅੱਜ ਕਿਸ ਨੂੰ ਕਹੀਦਾ ਅੱਜ ਬੜੇ ਖੁਸ਼ ਦਿਸਦੇ ਹੋ, ਕਿਉਂਕਿ ਅਗਲੇ ਦੇ ਅੰਦਰ ਖੁਸ਼ੀ ਉਹ ਚਿਹਰੇ ਤੋਂ ਦਿਸ ਰਹੀ ਹੁੰਦੀ ਹੈ। ਸ਼ਰਾਬ ਕਿਸੇ ਨੇ ਅੰਦਰ ਪੀਤਾ ਹੁੰਦਾ ਨਾ ਤੇ ਬਾਹਰ ਪ੍ਰਗਟ ਹੋ ਜਾਂਦਾ ਹੈ। ਅੰਦਰਲੀ ਸ਼ੈ ਪ੍ਰਗਟ ਹੁੰਦੀ ਹੈ ਤਾਂ ਉਹਨਾਂ ਦੇ ਚਿਹਰੇ ਦੇ ਉੱਤੇ ਹਮੇਸ਼ਾ ਖੁਸ਼ੀ ਹੈ, ਉਹਨਾਂ ਦੇ ਚਿਹਰੇ ਤੇ ਹਮੇਸ਼ਾ ਨੂਰ ਹੈ, ਉਹਨਾਂ ਦੀ ਜ਼ਬਾਨ ਤੇ ਹਮੇਸ਼ਾ ਮਿੱਠੇ ਬੋਲ ਨੇ। ਉਹਨਾਂ ਦੇ ਉਹ ਗੁਣ ਜਿਹੜੇ ਨੇ ਜੀਵਨ ਦੇ ਵਿੱਚੋਂ ਪ੍ਰਗਟ ਹੁੰਦੇ ਨੇ। ਜੇ ਉਹ ਛੁਪਣਾ ਵੀ ਚਾਹਣ ਤੇ ਛੁਪ ਨਹੀਂ ਸਕਦੇ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਜੋ ਛੁਪਾਣਾ ਵੀ ਚਾਹਣ ਤੇ ਆਪਣੇ ਆਪ ਨੂੰ ਛਿਪਾ ਨਹੀਂ ਸਕਣਗੇ, ਕਿਉਂਕਿ ਕਿਸੇ ਨੂੰ ਦੁਖੀ ਵੇਖਣਗੇ ਤਾਂ ਉਹਦੀ ਹੈਲਪ ਕਰਨਗੇ। ਜਦੋਂ ਬੋਲਣਗੇ, ਮਿੱਠਾ ਬੋਲਣਗੇ, ਤਾਂ ਕਿਵੇਂ ਛੁਪਾਣਗੇ ਉਹ ਆਪਣੇ ਆਪ ਨੂੰ? ਉਹਨਾਂ ਨੇ ਹਮੇਸ਼ਾ ਪ੍ਰਗਟ ਹੋ ਜਾਣਾ ਹੁੰਦਾ ਹੈ। ਨਾਨਕ ਉਧਰੇ ਤਿੰਨ ਕੈ ਸਾਥੇ, ਤਿੰਨ ਕੇ ਨਹੀਂ ਪੜਨਾ, ਕੈ ਪੜਨਾ ਹੈ। ਨਾਨਕ ਉਧਰੇ ਤਿੰਨ ਕੈ ਸਾਥੇ, ਅਜਿਹੇ ਬੰਦੇ ਦੇ ਨਾਲ ਹੋਰ ਕਈਆਂ ਦਾ ਉਧਾਰ ਹੋ ਜਾਂਦਾ ਹੈ, ਹੋਰ ਕਈਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਵਿਕਾਰਾਂ ਤੋਂ, ਅਪਰਾਧਾਂ ਤੋਂ। ਕਿਉਂਕਿ ਚੰਗੇ ਬੰਦੇ ਦੀ ਸੰਗਤ ਕਰਕੇ ਚੰਗੇ ਗੁਣ ਮਿਲਦੇ ਨੇ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸਰਨ ਜੋਗ ਸੁਨ ਸਰਨੀ ਆਏ। ਸੁਨ ਦੇ ਉੱਤੇ ਵਿਸਰਾਮ ਲਾਵਾਂਗੇ। ਸਰਨ ਜੋਗ ਸੁਨ ਸਰਨੀ ਆਏ। ਹੇ ਪ੍ਰਭੂ, ਇਹ ਸੁਣ ਕੇ ਕਿ ਤੂੰ ਦਰ ਢੱਠਿਆਂ ਦੀ ਬਾਹ ਫੜਨ ਜੋਗਾ ਹੈ, ਅਸੀਂ ਤੇਰੇ ਦਰ ਤੇ ਆਏ ਆ। ਸਰਨ ਜੋਗ ਦਾ ਮਤਲਬ ਜੋ ਦਰ ਪਿਆਨ ਦੀ ਲਾਜ ਰੱਖਦਾ। ਤੇ ਇਹ ਰੱਬ ਦਾ ਸੁਭਾਅ ਹੈ ਨਾ, ਗੁਰੂ ਦਾ ਸੁਭਾਅ ਹੈ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਦੁਨਿਆਵੀ ਤੌਰ ਤੇ ਅਸੀਂ ਕਿਸੇ ਦੇ ਕੋਲ ਜਾਈਏ ਨਾ, ਅਸੀਂ ਕਵੀਏ ਕਿ ਵੀਰੇ ਕੰਮ ਸੀ, ਉਹ ਕਹਿੰਦਾ ਭਾਈ ਸਾਹਿਬ ਮੇਰੇ ਵਾਸਤੇ ਇਹ ਕੰਮ ਨਹੀਂ, ਇਹ ਨਹੀਂ ਮੈਂ ਕਰ ਸਕਦਾ, ਕਿਉਂਕਿ ਉਹ ਕਰਨ ਜੋਗਾ ਨਹੀਂ ਨਾ ਹੁੰਦਾ। ਪਰ ਰੱਬ ਤੇ ਸਰਬ ਸ਼ਕਤੀਮਾਨ ਹੈ, ਗੁਰੂ ਤੇ ਸਰਬ ਸ਼ਕਤੀਮਾਨ ਹੈ ਕਿ ਹੇ ਪ੍ਰਭੂ ਤੂੰ ਸ਼ਰਨ ਪਿਆਨ ਦੀ ਲਾਜ ਰੱਖਣਾ। ਇਹ ਗੱਲ ਸੁਣ ਕੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ ਆ। ਯਾਨੀ ਅਸੀਂ ਰੱਬ ਦੀ ਸ਼ਰਨ ਵਿੱਚ ਜਾਣਾ ਹੈ। ਦੇਵੀਆਂ ਦੇਵਤੇ, ਪੀਰਾਂ ਫਕੀਰਾਂ, ਮੜੀਆਂ ਕਬਰਾਂ, ਬਾਬਿਆਂ ਜੋਤਸ਼ੀਆਂ ਨੂੰ ਛੱਡ ਕੇ ਰੱਬੀ ਸ਼ਰਨ ਵਿੱਚ, ਰੱਬੀ ਹੁਕਮ ਦੇ ਚਰਨਾਂ ਦੀ ਸ਼ਰਨ ਵਿੱਚ। ਕਰ ਕਿਰਪਾ ਪ੍ਰਭ ਆਪ ਮਿਲਾਏ, ਤੂੰ ਮਿਹਰ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ ਹੈ। ਜਿਹੜਾ ਰੱਬ ਦੀ ਸ਼ਰਨ ਵਿੱਚ ਗਿਆ, ਰੱਬ ਉਹਨੂੰ ਮਿਲਾ ਲੈਂਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇੱਕ ਬੂੰਦ ਸਮੁੰਦਰ ਦੇ ਕੋਲ ਜਾਏ ਕਿ ਮੈਂ ਤੇਰੇ ਵਿੱਚ ਮਿਲਣਾ ਚਾਹੁੰਦੀ ਹਾਂ, ਤੇ ਕੀ ਸਮੁੰਦਰ ਕਹੇਗਾ ਕਿ ਤੂੰ ਨਾ ਮਿਲ, ਜੇ ਮੈਂ ਤੈਨੂੰ ਮਿਲਾਇਆ ਤੇ ਮੇਰਾ ਪਾਣੀ ਬਾਹਰ ਨਿਕਲ ਜਾਣਾ ਹੈ? ਐਵੇਂ ਨਹੀਂ ਨਾ ਹੁੰਦਾ। ਸਮੁੰਦਰ ਦੇ ਵਿੱਚ ਜਿਹੜੀ ਬੂੰਦ ਗਿਰਦੀ ਗਈ, ਸਮੁੰਦਰ ਨੇ ਆਪਣੇ ਨਾਲ ਮਿਲਾ ਕੇ ਆਪਣਾ ਰੂਪ ਕਰ ਲੈਣਾ ਹੈ। ਜ਼ਰੂਰਤ ਹੈ ਸਮੁੰਦਰ ਦੇ ਅੰਦਰ ਬੂੰਦ ਗਿਰ ਜਾਏ। ਰੱਬ ਨੇ ਬੰਦੇ ਨੂੰ ਆਪਣੇ ਵਰਗਾ ਬਣਾ ਲੈਣਾ ਹੈ। ਜ਼ਰੂਰਤ ਹੈ ਕਿ ਬੰਦਾ ਰੱਬ ਦੇ ਵਿੱਚ ਗਿਰ ਜਾਏ, ਮਿਲ ਜਾਏ, ਆਪਣੀ ਸੁਰਤ ਨੂੰ ਮਿਲਾ ਦੇਵੇ, ਆਪਣੀ ਈਗੋ ਨੂੰ, ਹਉਮੈ ਨੂੰ ਛੱਡ ਦੇਵੇ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਸ਼ੁਰੂ ਕਰੇ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਸ਼ਰਨਯੋਗ ਸੁਣ ਕੇ ਤੇਰੇ ਚਰਨਾਂ ਦੀ ਸ਼ਰਨ ਲਈ ਸੀ, ਤੂੰ ਰਹਿਮਤ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਦੇਖੋ ਕਿੰਨਾ ਸੌਖਾ ਕੰਮ ਹੈ ਨਾ। ਸਿਰਫ ਅਸੀਂ ਆਪਣੇ ਮਨ ਦੀ ਮੱਤ ਛੱਡਣੀ ਹੈ, ਗੁਰੂ ਦੀ ਮੱਤ ਦੇ ਧਾਰ ਨਹੀਂ ਹੋਣਾ ਹੈ। ਰੱਬ ਨੇ ਸਾਨੂੰ ਆਪਣੇ ਨਾਲ ਮਿਲਾ ਲੈਣਾ। ਮਿਟ ਗਏ ਬੈਰ ਭਏ ਸਭ ਰੇਨ। ਰੇਨ ਦਾ ਮਤਲਬ ਚਰਨ ਧੂੜ। ਹੁਣ ਸਾਡੇ ਵੈਰ ਮਿਟ ਗਏ ਨੇ,
ਅਸੀਂ ਸਾਰਿਆਂ ਦੇ ਪੈਰਾਂ ਦੀ ਖਾਕ ਹੋ ਗਏ। ਯਾਨੀ ਵੈਰ ਮਿਟ ਗਏ ਨੇ। ਖਾਕ ਹੋਣ ਦਾ ਮਤਲਬ ਨਿਮਰਤਾ ਆ ਗਈ ਹੈ। ਹੁਣ ਵੈਰ ਭਾਵ ਨਹੀਂ ਰਿਹਾ ਕਿ ਮੈਂ ਫਲਾਂ ਬੰਦੇ ਤੋਂ ਬਦਲਾ ਲੈਣਾ ਹੈ, ਮੈਂ ਉਹਦੀਆਂ ਲੱਤਾਂ ਤੋੜਨੀਆਂ ਨੇ, ਮੈਂ ਉਹਦਾ ਇਹ ਕਰਨਾ ਹੈ। ਹੁਣ ਮੇਰ ਤੇਰ ਦੇ ਵਿਤਕਰੇ ਮਿਟ ਗਏ ਨੇ। ਜਦੋਂ ਬੰਦਾ ਰੱਬ ਦੇ ਅੰਦਰ ਸਮਾ ਜਾਂਦਾ ਨਾ, ਬ੍ਰਹਮੰਡੀ ਸੱਚ ਦੇ ਅੰਦਰ ਸਮਾ ਜਾਂਦਾ ਹੈ, ਤਾਂ ਉਹਦੇ ਅੰਦਰੋਂ ਵੈਰ ਭਾਵ ਮਿਟ ਜਾਂਦੇ ਨੇ। ਉਹ ਸਾਰਿਆਂ ਦੇ ਨਾਲ ਵਿਹਾਰ ਚੰਗਾ ਕਰਦਾ। ਅੰਮ੍ਰਿਤ ਨਾਮ ਸਾਧ ਸੰਗ ਲੈਣ, ਸਾਧ ਸੰਗਤ ਵਿੱਚ ਅਮਰ ਕਰਨ ਵਾਲਾ ਨਾਮ ਲੈ ਰਹੇ ਹਾਂ। ਨਾਮ ਦਾ ਮਤਲਬ ਹੁਕਮ, ਆਤਮਿਕ ਜੀਵਨ ਦੇਣ ਵਾਲਾ ਹੁਕਮ, ਗੁਰੂ ਦੇ ਚਰਨਾਂ ਦੀ ਸ਼ਰਨ। ਸਾਧ ਸੰਗ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਦਾ ਮਤਲਬ ਲੈ ਰਹੇ ਹਾਂ। ਹੁਣ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ ਤੇ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦੇ ਹੁਕਮ ਦੇ ਅੰਦਰ ਅਸੀਂ ਜੀ ਰਹੇ ਹਾਂ। ਹੁਣ ਅਸੀਂ ਰੱਬੀ ਗੁਣਾਂ ਦੇ ਧਾਰ, ਹੁਣ ਸਾਡੇ ਅੰਦਰ ਆਤਮਿਕ ਜੀਵਨ ਪੈਦਾ ਹੋ ਗਿਆ ਹੈ। ਸੁਪ੍ਰਸੰਨ ਭਏ ਗੁਰਦੇਵ, ਇਹਨੂੰ 100% ਵੱਖਰਾ ਵੱਖਰਾ ਨਹੀਂ ਪੜਨਾ। ਸੁਪ੍ਰਸੰਨ, ਜਿਵੇਂ ਹਿੰਦੀ ਦਾ ਸ਼ਬਦ ਹੈ ਨਾ ਪ੍ਰਸਿੱਧ, ਤੇ ਉਹਨੂੰ ਬੋਲੀਦਾ ਸੁਪ੍ਰਸਿੱਧ। ਐਵੇਂ ਪ੍ਰਸੰਨ, ਸੁਪ੍ਰਸੰਨ। ਸੁਪ੍ਰਸੰਨ ਦਾ ਮਤਲਬ ਚੰਗੀ ਤਰ੍ਹਾਂ ਪ੍ਰਸੰਨ, ਪੂਰਨ ਤੌਰ ਤੇ ਤਰੁੱਠਣਾ। ਸੁਪ੍ਰਸੰਨ ਭਏ ਗੁਰਦੇਵ, ਗੁਰੂ ਜੀ ਸਾਡੇ ਤੇ ਤਰੁੱਠ ਪਏ ਨੇ, ਖੁਸ਼ ਹੋਏ ਨੇ। ਗੁਰੂ ਦੀਆਂ ਖੁਸ਼ੀਆਂ ਹੁਣ ਮਿਲਣਗੀਆਂ ਨਾ, ਤੇ ਗੁਰੂ ਜੀ ਕਿਵੇਂ ਖੁਸ਼ ਹੋਣਗੇ? ਅਸੀਂ ਖੁਸ਼ੀ ਦੇ ਪਾਤਰ ਬਣਨਾ ਹੈ। ਗੁਰੂ ਜੀ ਤਾਂ ਹੈ ਹੀ ਖੁਸ਼ ਹੈ, ਅਸੀਂ ਉਹਦੀਆਂ ਖੁਸ਼ੀਆਂ ਨੂੰ ਆਪਣੇ ਹਿਰਦੇ ਵਿੱਚ ਪਵਾਉਣਾ ਹੈ। ਅਸੀਂ ਪਾਤਰ ਬਣਨਾ ਹੈ, ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਸਮਾਉਣਾ ਹੈ। ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਤੇ ਫਿਰ ਸੇਵਕ ਦੀ ਜਿਹੜੀ ਸੇਵਾ ਹੈ ਉਹ ਪੂਰੀ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ, ਸਿਰੇ ਚੜ ਜਾਂਦੀ ਹੈ। ਜਦੋਂ ਅਸੀਂ ਗੁਰੂ ਦੀਆਂ ਖੁਸ਼ੀਆਂ ਹਾਸਲ ਕਰ ਲਈਆਂ ਨਾ, ਤਾਂ ਸਮਝ ਲਓ ਸੇਵਾ ਪੂਰੀ ਹੋ ਗਈ। ਧੰਨ ਗੁਰੂ ਅੰਗਦ ਦੇਵ ਜੀ ਆਏ ਨਾ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ, ਤੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ। ਗੁਰੂ ਦਾ ਰੂਪ ਹੋ ਗਏ, ਸੇਵਾ ਪੂਰੀ ਹੋ ਗਈ ਨਾ, ਸਫਲ ਹੋ ਗਈ। ਗੁਰੂ ਅਮਰਦਾਸ ਜੀ ਦੀ ਸੇਵਾ ਸਫਲੀ ਹੋ ਗਈ, ਗੁਰੂ ਰਾਮਦਾਸ ਜੀ ਦੀ ਸੇਵਾ ਸਫਲੀ ਹੋ ਗਈ। ਹੋਰ ਕਿਤਨੇ ਗੁਰਸਿੱਖ ਨੇ ਜਿਨ੍ਹਾਂ ਦੀ ਸੇਵਾ ਸਫਲੀ ਹੋ ਗਈ। ਹੁਣ ਇਹ ਸੇਵਾ ਸਫਲੀ ਸਾਡੀ ਵੀ ਹੋ ਸਕਦੀ ਹੈ ਜੇ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਗੁਰੂ ਦੀ ਪ੍ਰਸੰਨਤਾ ਹਾਸਲ ਕਰੀਏ, ਤਾਂ ਸਾਡੇ ਤੇ ਵੀ ਗੁਰੂ ਪ੍ਰਸੰਨ ਨੇ। ਜ਼ਰੂਰਤ ਤਾਂ ਪ੍ਰਸੰਨਤਾ ਹਾਸਲ ਕਰਨ ਦੀ ਹੈ ਨਾ, ਪਾਤਰ ਬਣਨ ਦੀ ਹੈ। ਸੇਵਾ ਸਾਡੀ ਵੀ ਸਫਲੀ ਹੋ ਸਕਦੀ ਹੈ। ਆਲ ਜੰਜਾਲ ਵਿਕਾਰ ਤੇ ਰਹਤੇ। ਆਲ ਜੰਜਾਲ ਦਾ ਮਤਲਬ ਘਰ ਦੇ ਧੰਦੇ ਕਜੀਏ, ਵਿਕਾਰ ਦਾ ਮਤਲਬ ਵਿਕਾਰ, ਰਹਤੇ ਦਾ ਮਤਲਬ ਬਚ ਗਏ। ਹੁਣ ਅਸੀਂ ਘਰ ਦੇ ਧੰਦਿਆਂ ਔਰ ਵਿਕਾਰਾਂ ਤੋਂ ਬਚ ਗਏ ਆ। ਹੁਣ ਆਲ ਜੰਜਾਲ ਘਰ ਦੇ ਧੰਦਿਆਂ ਦਾ ਮਤਲਬ ਇਹ ਨਹੀਂ ਕਿ ਘਰ ਦੇ ਕੰਮ ਛੱਡ ਕੇ ਹੁਣ ਅਸੀਂ ਬਾਬੇ ਬਣ ਜਾਣਾ। ਦੇਖੋ, ਜੰਜਾਲ ਔਰ ਕੰਮ ਦੋ ਚੀਜ਼ਾਂ ਨੇ। ਕੰਮ ਜਿਹੜਾ ਹੈ ਉਹ ਜੰਜਾਲ ਵੀ ਬਣ ਜਾਂਦਾ ਹੈ ਤੇ ਉਹ ਕਿਰਤ ਵੀ ਬਣ ਜਾਂਦਾ ਹੈ, ਭਗਤੀ ਵੀ ਬਣ ਜਾਂਦਾ ਹੈ। ਜਦੋਂ ਸਾਡੇ ਹੋਏ ਕੰਮਾਂ, ਕੀਤੇ ਹੋਏ ਕੰਮਾਂ ਦਾ ਬੇਸ ਝੂਠ ਹੁੰਦਾ ਹੈ, ਲਾਲਚ ਹੁੰਦਾ ਹੈ, ਕ੍ਰੋਧ ਹੁੰਦਾ ਹੈ, ਉਦੋਂ ਉਹ ਕੰਮ ਜੰਜਾਲ ਬਣ ਜਾਂਦੇ ਨੇ, ਕਜੀਏ ਬਣ ਜਾਂਦੇ ਨੇ। ਤੇ ਜਦੋਂ ਸਾਡੇ ਕੰਮਾਂ ਦਾ ਬੇਸ ਸੱਚ ਔਰ ਪਿਆਰ ਹੁੰਦਾ ਹੈ, ਉਹ ਕੰਮ ਹੀ ਕਿਰਤ ਔਰ ਭਗਤੀ ਬਣ ਜਾਂਦੇ ਨੇ। ਉਹ ਕੰਮ ਹੀ ਸਾਨੂੰ ਰੱਬ ਦੇ ਨਾਲ ਮਿਲਾ ਦਿੰਦੇ ਨੇ। ਕੰਮ ਹੀ ਨੇ ਨਾ, ਲੋਕ ਕੰਮ ਹੀ ਕਰਦੇ ਨੇ। ਇੱਕ ਨੇ ਕੰਮ ਐਸਾ ਕੀਤਾ ਹੈ, 10 ਨਵਾਂ ਦੀ ਕਿਰਤ ਕਮਾਈ ਕਰਕੇ ਉਹਨੇ ਆਪਣੇ ਬੱਚਿਆਂ ਵਾਸਤੇ ਮਕਾਨ ਬਣਾਇਆ, ਬੱਚਿਆਂ ਨੂੰ ਚੰਗਾ ਪੜਾਇਆ ਤੇ ਪਰਿਵਾਰ ਉਹਦਾ ਵਧੀਆ। ਤੇ ਦੂਜੇ ਨੇ ਕੰਮ ਐਸਾ ਕੀਤਾ, ਠੱਗੀਆਂ ਮਾਰੀਆਂ ਜਾਂ ਬੈਂਕ ਵਗੈਰਾ ਲੁੱਟਿਆ ਤੇ ਆਪ ਵੀ ਆਪਣੇ ਅੰਦਰ ਹੋ ਗਿਆ ਤੇ ਬੱਚੇ ਵੀ ਰੁਲਦੇ ਫਿਰਦੇ ਨੇ। ਕੰਮ ਹੀ ਹੈ ਨਾ, ਕੀਤਾ ਤੇ ਕੰਮ ਹੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਗੁਰੂ ਦੇ ਦੱਸੇ ਕੋਈ ਰਾਹਾਂ ਤੇ ਤੁਰਦਾ ਹੈ ਤਾਂ ਉਹ ਇਹਨਾਂ ਕਜੀਆਂ ਤੋਂ, ਜੰਜਾਲਾਂ ਤੋਂ, ਵਿਕਾਰਾਂ ਤੋਂ ਬਚ ਜਾਂਦਾ ਹੈ। ਰਾਮ ਨਾਮ ਸੁਨ ਰਸਨਾ ਕਹਤੇ, ਕਿਉਂਕਿ ਪ੍ਰਭੂ ਦਾ ਨਾਮ ਸੁਣ ਕੇ ਜੀਭ ਦੇ ਨਾਲ ਉਚਾਰਦੇ ਆ। ਨਾਮ ਦਾ ਮਤਲਬ ਰੱਬ ਦੇ ਗੁਣ, ਸੁਣ ਦਾ ਮਤਲਬ ਸੁਣ ਕੇ, ਰਸਨਾ ਕਹਤਾ ਮਤਲਬ ਕਹਿੰਦੇ ਆ। ਯਾਨੀ ਜਿਹੜੇ ਲੋਕ ਕੰਨਾਂ ਦੇ ਨਾਲ ਰੱਬੀ ਗੁਣ ਸੁਣਦੇ ਨੇ ਔਰ ਜ਼ਬਾਨ ਦੇ ਨਾਲ ਰੱਬੀ ਗੁਣ ਬੋਲਦੇ ਨੇ, ਤਾਂ ਇਹਦਾ ਮਤਲਬ ਇਹ ਹੈ ਕਿ ਨਾ ਤੇ ਅਸੀਂ ਕੰਨਾਂ ਦੇ ਨਾਲ ਨੈਗੇਟਿਵ ਬੋਲ ਸੁਣਨੇ ਨੇ, ਨਾ ਅਸੀਂ ਨੈਗੇਟਿਵ ਬੋਲ ਬੋਲਣੇ ਨੇ। ਅਸੀਂ ਪੋਜ਼ਿਟਿਵ ਸੁਣਨਾ ਹੈ, ਪੋਜ਼ਿਟਿਵ ਬੋਲਣਾ ਹੈ। ਜਿਹੜਾ ਗੁਣਾਂ ਦੀ ਗੱਲ ਸੁਣੇਗਾ, ਗੁਣਾਂ ਦੀ ਗੱਲ ਬੋਲੇਗਾ, ਉਹ ਵਿਕਾਰਾਂ ਤੋਂ, ਜੰਜਾਲਾਂ ਤੋਂ ਬਚ ਜਾਏਗਾ। ਪਰ ਪ੍ਰਸਾਦ ਦਇਆ ਪ੍ਰਭ ਧਾਰੀ, ਰਹਿਮਤ ਕਰਕੇ ਰੱਬ ਨੇ ਦਇਆ ਕੀਤੀ।
ਕਰ ਪ੍ਰਸਾਦ ਦਇਆ ਪ੍ਰਭਤਾਰੀ ਰਹਿਮਤ ਕਰਕੇ ਰੱਬ ਨੇ ਦਇਆ ਕੀਤੀ। ਨਾਨਕ ਇੱਥੇ ਰੁਕਾਂਗੇ। ਨਿਭੀ ਖੇਪ ਹਮਾਰੀ, ਖੇਪ ਦਾ ਮਤਲਬ ਹੁੰਦਾ ਹੈ ਲੱਦਿਆ ਹੋਇਆ ਸੌਦਾ, ਨਿਭੀ ਦਾ ਮਤਲਬ ਨਿਭ ਗਈ, ਕਬੂਲ ਹੋ ਗਈ। ਤਾਂ ਇਹ ਸੌਦਾ ਲਾਹੇਵੰਦ ਹੋ ਗਿਆ, ਜੀਵਨ ਦੀ ਫੇਰੀ ਸਫਲੀ ਹੋ ਗਈ, ਲੱਦਿਆ ਹੋਇਆ ਸੌਦਾ ਵਣਜ ਕਬੂਲ ਹੋ ਗਿਆ ਰੱਬ ਦੇ ਦਰ ਤੇ। ਕਿਹੜਾ ਸੌਦਾ ਲੱਦਿਆ ਸੀ? ਗੁਣਾਂ ਦਾ, ਗੁਰੂ ਦੀ ਮੱਤ ਦਾ, ਸੱਚ ਸੰਤੋਖ ਦਇਆ ਧਰਮ ਦਾ ਸੌਦਾ ਲੱਦਿਆ ਸੀ। ਇਹ ਜ਼ਿੰਦਗੀ ਜੀਵੀ, ਇਹ ਖੇਪ ਕਬੂਲ ਹੋ ਗਈ ਰੱਬ ਦੇ ਦਰ ਤੇ, ਤਾਂ ਇਹ ਕਬੂਲ ਹੋਏਗਾ ਨਾ। ਤੇ ਜਿਨ੍ਹਾਂ ਨੇ ਐਸੀ ਜ਼ਿੰਦਗੀ ਜੀਵੀ ਉਹਨਾਂ ਨੂੰ ਕੀ ਮਿਲਿਆ? ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਨ੍ਹਾਂ ਨੇ ਪੂਰੇ ਪ੍ਰਭੂ ਦੀ ਜੋ ਸੰਪੂਰਨ ਹੈ, ਜਿਹਦੇ ਵਿੱਚ ਕੋਈ ਉਕਾਈ ਨਹੀਂ, ਉਹਦੇ ਗੁਣਾਂ ਨੂੰ ਯਾਦ ਕੀਤਾ ਹੈ, ਉਹ ਰੱਬ ਜਿਹਦਾ ਹੁਕਮ ਮੁਕੰਮਲ ਹੈ, ਜਿਹਦੇ ਹੁਕਮ ਵਿੱਚ ਕੋਈ ਉਕਾਈ ਨਹੀਂ, ਜਿਨ੍ਹਾਂ ਨੇ ਉਹਨੂੰ ਯਾਦ ਰੱਖਿਆ ਹੈ, ਗੁਣਾਂ ਨੂੰ ਯਾਦ ਵਿੱਚ ਵਸਾਇਆ ਹੈ, ਰੱਬੀ ਹੁਕਮ ਵਿੱਚ ਤੁਰੇ ਨੇ, ਉਹਨਾਂ ਨੇ ਰੱਬ ਨੂੰ ਪਾ ਲਿਆ ਹੈ ਔਰ ਉਹ ਰੱਬ ਦੇ ਦਰ ਦੇ ਉੱਤੇ ਕਬੂਲ ਹੋ ਗਏ ਨੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਚਿੰਤਾਵਾਂ ਮੁੱਕ ਗਈਆਂ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਪ੍ਰਸੰਨਤਾ ਆ ਗਈ ਹੈ ਔਰ ਉਹਨਾਂ ਨੂੰ ਸਮਝ ਪੈ ਗਈ ਹੈ ਏਕ ਰੂਪ ਜਗ ਕੇ ਰੰਗ ਅਨੇਕ, ਕਿ ਉਹਦਾ ਇੱਕੋ ਹੀ ਸਰੂਪ ਹੈ ਔਰ ਉਹਦੇ ਅਨੰਤ ਸਾਰੇ ਰੂਪ ਔਰ ਪਸਾਰੇ ਨੇ। ਉਹਨਾਂ ਦੀ ਜ਼ਿੰਦਗੀ ਕਬੂਲ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕੀਏ।